ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪਲੱਸ ਟੀਵੀ। ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਦਾ ਐਸਟ੍ਰੋਲੋਜੀ ਸ਼ੋ। ਅੱਜ ਸਾਡੇ ਨਾਲ ਨੇ ਇੱਕ ਵਾਰ ਫਿਰ ਸਤਿੰਦਰ ਜੀ ਤੁਹਾਡਾ ਸਵਾਗਤ ਹੈ। ਥੈਂਕ ਯੂ। ਸੋ ਅੱਜ ਆਪਾਂ ਗੱਲ ਕਰਾਂਗੇ, ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ, ਅੱਗੇ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ। ਕਾਫੀ ਸਾਰੇ ਤਿਉਹਾਰ ਇੱਕੋ ਵਾਰ 'ਚ ਨੇ, ਇੱਕੋ ਲੜੀ ਦੇ ਵਿੱਚ ਨੇ। ਸੋ ਅੱਜ ਅਸੀਂ ਗੱਲ ਕਰਾਂਗੇ ਤਿਉਹਾਰਾਂ ਬਾਰੇ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਗੇ ਧਨਤੇਰਸ ਆ ਰਿਹਾ ਹੈ, ਦੀਵਾਲੀ ਹੈ, ਉਸ ਤੋਂ ਬਾਅਦ ਵਿਸ਼ਵਕਰਮਾ ਡੇ ਹੈ। ਸੋ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਬਾਰੇ ਅਤੇ ਇਹਨਾਂ ਦੇ ਮਹੱਤਵ ਬਾਰੇ। ਸੋ ਸਤਿੰਦਰ ਜੀ, ਦੀਵਾਲੀ ਦਾ ਮਹੱਤਵ ਦੱਸੋ, ਕੀ ਮਹੱਤਵ ਹੈ? ਦੇਖੋ, ਐਸਟ੍ਰੋਲੋਜੀਕਲੀ ਜਦੋਂ ਦੇਖਿਆ ਜਾਂਦਾ ਵਾ ਕਿ ਅਸਲ 'ਚ, ਕਿਉਂਕਿ ਆਪਾਂ ਐਸਟ੍ਰੋਲੋਜੀਕਲੀ ਉਹਦੀ ਪੋਜੀਸ਼ਨ ਦੇਖਦੇ ਹਾਂ ਕਿ ਪਲੈਨਟਸ ਦਾ ਕੀ ਪ੍ਰਭਾਵ ਪੈਂਦਾ ਹੈਗਾ ਵਾ। ਮੇਨ ਤੌਰ 'ਤੇ ਇਹਨੂੰ ਜਦੋਂ ਦੇਖਿਆ ਜਾਂਦਾ ਵਾ ਮੰਤਰ ਸਾਧਨਾ ਕਹਿੰਦੇ ਆ ਕਿ ਜਦੋਂ ਮੰਤਰਾਂ ਦਾ ਪ੍ਰਭਾਵ ਕੀ ਪੈਂਦਾ ਹੈ, ਕਿਉਂਕਿ ਜਦੋਂ ਐਸਟ੍ਰੋਲੋਜੀਕਲੀ ਕੋਈ ਰੈਮੇਡੀਜ਼ ਹੁੰਦੀ ਆ ਤਾਂ ਮੰਤਰ ਸਾਧਨਾ ਬਹੁਤ ਵੱਡਾ ਇੱਕ ਰੋਲ ਪਲੇ ਕਰਦੀ ਹੈ ਜੀ। ਸਿਰਫ ਸਾਲ 'ਚ 3 ਤਰ੍ਹਾਂ ਦੀਆਂ ਰਾਤਰੀਆਂ ਮੰਨੀਆਂ ਜਾਂਦੀਆਂ ਨੇ। ਇੱਕ ਕਹਿੰਦੇ ਆ ਕਾਲ ਰਾਤਰੀ, ਜਦੋਂ ਦੀਵਾਲੀ ਦੀ ਰਾਤ ਮੰਨੀ ਜਾਂਦੀ ਆ। ਸੈਕਿੰਡ ਮੰਨੀ ਜਾਂਦੀ ਆ ਹੋਲੀ ਦੀ ਰਾਤ, ਮਹਾਰਾਤਰੀ। ਥਰਡ ਹੁੰਦੀ ਹੈਗੀ ਆ, ਉਹਨੂੰ ਕਹਿੰਦੇ ਆ ਸ਼ਿਵਰਾਤਰੀ। ਇਹ 3 ਰਾਤਰੀਆਂ ਮੰਨੀਆਂ ਜਾਂਦੀਆਂ ਜਦੋਂ ਜਿਹਨੂੰ ਕਹਿੰਦੇ ਆ ਕਿ ਮੰਤਰ ਸਾਧਨਾ ਕੀਤੀ ਜਾ ਸਕਦੀ ਹੈ। ਨਹੀਂ ਤਾਂ ਯੂਜਲੀ ਜੋ ਬਣਿਆ ਹੈਗਾ ਵਾ ਅਸਲ ਦੇ ਵਿੱਚ ਜਿੰਨੇ ਵੀ ਮੰਤਰ ਹੈਗੇ ਆ ਅਸਲ ਦੇ ਵਿੱਚ ਇਹਨਾਂ ਨੂੰ ਕੀਲਤ ਕਹਿੰਦੇ ਆ। ਅਸਲ ਦੇ ਵਿੱਚ ਜਿਹੜੀ ਇਹਨਾਂ ਦੀ ਪਾਵਰ ਹੁੰਦੀ ਆ, ਜਾਂ ਜਦੋਂ ਚੈਂਟਿੰਗ ਕਹਿੰਦੇ ਨਾ, ਕਈ ਵਾਰੀ ਮੰਤਰ ਅਸੀਂ ਸਾਧਨਾ ਕਰੀ ਜਾਂਦੇ, ਹੁੰਦਾ ਤਾਂ ਕੁਛ ਨਹੀਂਗਾ। ਇਹਦਾ ਇਸ ਲਈ ਨਹੀਂ ਕੁਛ ਹੁੰਦਾ ਕਿਉਂਕਿ ਇਹਨਾਂ ਨੂੰ ਕੀਲਤ ਕੀਤਾ ਗਿਆ ਵਾ। ਜਦੋਂ ਆਪਾਂ ਪੜ੍ਹਦੇ ਹਾਂ, ਧਰਮ ਗ੍ਰੰਥ ਪੜ੍ਹਦੇ ਹਾਂ, ਉਹਦੇ 'ਚੋਂ ਪਤਾ ਲੱਗਦਾ ਕਿ ਸ਼ਿਵ ਜੀ ਭਗਵਾਨ ਨੇ, ਕਿਉਂਕਿ ਕਲਯੁੱਗ ਦਾ ਟਾਈਮ ਆਉਣਾ ਸੀਗਾ, ਉਹਨਾਂ ਨੇ ਕੀ ਕੀਤਾ, ਸਾਰੇ ਮੰਤਰਾਂ ਨੂੰ ਕੀਲਤ ਕੀਤਾ ਹੋਇਆ ਕਿ ਕਿਸੇ ਦਾ ਪ੍ਰਭਾਵ ਨਹੀਂ ਆਊਗਾ, ਕੋਈ ਕਿਸੇ 'ਤੇ ਇਹਨੂੰ ਨੈਗੇਟਿਵਲੀ ਇਨਫੋਰਸ ਨਹੀਂ ਕਰ ਸਕਦਾ, ਜਾਂ ਕਿਸੇ ਦਾ ਦੁਸ਼ਟ ਕਹਿ ਲਓ ਇਹਦਾ ਪ੍ਰਭਾਵ, ਜਾਂ ਕੋਈ ਇਹਨੂੰ ਕੋਈ ਕਿਸੇ ਤਰੀਕੇ ਨੈਗੇਟਿਵਲੀ ਯੂਜ਼ ਨਾ ਕਰੇ, ਇਸ ਲਈ ਇਹਨੂੰ ਕੀਲਤ ਕੀਤਾ ਗਿਆ। ਤਾਂ ਮੰਤਰਾਂ ਦਾ ਪ੍ਰਭਾਵ ਨਹੀਂ ਹੁੰਦਾ। ਅਤੇ ਜਿਹੜੀਆਂ 3 ਰਾਤਰੀਆਂ, ਕਾਲ ਰਾਤਰੀ ਸਭ ਤੋਂ ਵੱਡੀ ਮੰਨੀ ਜਾਂਦੀ ਆ ਦੀਵਾਲੀ ਦੀ ਰਾਤ, ਸੈਕਿੰਡ ਮੰਨੀ ਜਾਂਦੀ ਆ ਹੋਲੀ ਦੀ ਰਾਤ ਜਿਹਨੂੰ ਮਹਾਰਾਤਰੀ ਕਹਿੰਦਾ, ਤੀਸਰੀ ਮੰਨੀ ਜਾਂਦੀ ਹੈ ਸ਼ਿਵਰਾਤਰੀ। ਇਹਨਾਂ 3 ਰਾਤਰੀਆਂ ਦੇ ਵਿੱਚ ਬੇਸਿਕਲੀ ਜਿੰਨੇ ਮੰਤਰ ਨਿਸ਼ਕੀਲਨ ਹੋ ਜਾਂਦੇ ਨੇ, ਮਤਲਬ ਮੰਤਰਾਂ ਦੀ ਸ਼ਕਤੀ ਅਸਲ ਦੇ ਵਿੱਚ ਖੁੱਲ੍ਹ ਜਾਂਦੀ ਆ। ਉਸ ਟਾਈਮ 'ਤੇ ਕੋਈ ਵੀ ਜਿਹੜੀ ਪਾਠ ਪੂਜਾ ਕੋਈ ਕਰਦਾ, ਸਪੈਸ਼ਲੀ ਪਾਠ ਪੂਜਾ ਹੀ ਹੁੰਦੀ ਆ ਅਸਲ ਦੇ ਵਿੱਚ, ਇਸ ਲਈ ਉਹਦਾ ਜ਼ਿਆਦਾ ਪ੍ਰਭਾਵ ਮੰਨਿਆ ਜਾਂਦਾ। ਉਦੋਂ ਅਸਲ ਦੇ ਵਿੱਚ ਮੰਤਰਾਂ ਨੂੰ ਸਿੱਧ ਕੀਤਾ ਜਾਂਦਾ ਵਾ। ਮੰਤਰ ਕੋਈ ਵੀ ਹੋ ਸਕਦਾ, ਕਿਸੇ ਤਰੀਕੇ ਦੇ ਉਹ ਹੋ ਸਕਦੇ ਆ, ਐਸਟ੍ਰੋਲੋਜੀਕਲੀ ਗ੍ਰਹਿਾਂ ਦੇ ਮੰਤਰ ਹੋ ਸਕਦੇ ਆ, ਜਾਂ ਕਿਸੇ ਵੀ ਤਰੀਕੇ ਦੇ ਮੰਤਰ ਹੋ ਸਕਦੇ ਹੈਗੇ ਆ, ਜਾਂ ਵੈਦਿਕ ਕੋਈ ਮੰਤਰ ਕਰਦਾ, ਕੋਈ ਤੰਤਰਿਜ਼ਮ ਕਰਦਾ ਹੈਗਾ, ਕਿਸੇ ਵੀ ਤਰੀਕੇ ਦੀ ਕੋਈ ਵੀ ਮੰਤਰ ਸਾਧਨਾ ਇਹਨਾਂ 3 ਰਾਤਰੀਆਂ ਦੇ ਵਿੱਚ ਬੇਸਿਕਲੀ ਸਿੱਧ ਹੋ ਜਾਂਦੀ ਆ। ਇਸ ਲਈ ਅਸਲ 'ਚ ਇਹ ਪ੍ਰਭਾਵ ਹੁੰਦਾ ਵਾ ਦੀਵਾਲੀ ਦੀ ਰਾਤਰੀ ਦਾ। ਸੋ ਇਹ ਮੇਨ ਇਸ ਕਰਕੇ ਹੁੰਦਾ। ਸੋ ਸਤਿੰਦਰ ਜੀ, ਜਿੱਦਾਂ ਕਿ ਇਹ ਸ਼੍ਰੀ ਰਾਮ ਜੀ ਰਾਵਣ ਦਾ ਵੱਧ ਕਰਕੇ ਆਪਣਾ ਵਾਪਸ ਅਯੋਧਿਆ ਆਏ ਸੀਗੇ, ਅਤੇ ਉਹਨਾਂ ਦੇ ਸਵਾਗਤ ਦੇ ਵਿੱਚ ਜਿੱਦਾਂ ਦੀਪਮਾਲਾ ਹੋਈ ਸੀਗੀ, ਅਤੇ ਦੀਵਾਲੀ ਮਨਾਈ ਜਾਂਦੀ ਹੈ। ਅਤੇ ਇਹਦੇ ਵਿੱਚ ਮਤਲਬ ਰਾਵਣ ਦਾ ਕੀ ਹਸ਼ਰ ਹੈ, ਜਾਂ ਰਾਵਣ ਦਾ ਕੀ ਰੋਲ ਸੀਗਾ ਦੀਵਾਲੀ ਦੇ ਵਿੱਚ, ਜਾਂ ਉਹ ਕਿੱਦਾਂ ਦਾ ਮਾਈਥੋਲੋਜੀਕਲੀ ਕਿੱਦਾਂ ਦਾ ਬੰਦਾ ਸੀਗਾ, ਉਹਦਾ ਮਰਨਾ ਜ਼ਰੂਰੀ ਸੀਗਾ, ਜਾਂ ਕੀ ਹੈ ਉਹਦੇ ਬਾਰੇ? ਦੇਖੋ, ਅਸਲ 'ਚ ਅੱਜ ਤੱਕ ਦਾ ਟਿਲ ਦਿਸ ਪੁਆਇੰਟ ਤੱਕ ਅਸਲ ਦੇ ਵਿੱਚ ਇਹੀ ਡਿਪਿਕਟ ਕੀਤਾ ਗਿਆ ਵਾ ਕਿ ਬੁਰਾਈ ਤੇ ਅੱਛਾਈ ਦੀ ਜਿੱਤ ਹੋਈ ਆ ਅਸਲ ਦੇ ਵਿੱਚ, ਕਿ ਰਾਵਣ ਬਹੁਤ ਬੁਰਾ ਵਿਅਕਤੀ ਸੀ, ਵਿਲਨ ਦੀ ਤਰੀਕੇ ਨਾਲ ਉਹਨੂੰ ਪੇਸ਼ ਕੀਤਾ ਗਿਆ ਵਾ ਜਦੋਂ ਵੀ ਉਹਨੂੰ ਪੇਸ਼ ਕੀਤਾ ਗਿਆ। ਪਰ ਅਸਲ 'ਚ ਸੱਚਾਈ ਇਹ ਨਹੀਂ ਸੀ। ਜਿਹੜੇ ਪੜ੍ਹੇ ਲਿਖੇ ਲੋਕ ਨੇ, ਇੱਕ ਵਾਰੀ ਇਤਿਹਾਸ ਦੇ ਨਾਲ ਨਾ, ਇੱਕ ਵਾਰੀ ਜੇ ਹੋਰ ਜ਼ਿਆਦਾ ਨਹੀਂ ਪੜ੍ਹਨਾ ਚਾਹੁੰਦੇ, 2 ਕਿਤਾਬਾਂ ਨੇ, ਇੱਕ ਹੈਗੀ ਅਸੁਰਾਜ਼, ਇੱਕ ਹੈਗੀ ਰਾਵਣਾ। ਸਿਰਫ ਆ 2 ਹੀ ਪੜ੍ਹ ਲੈਣ, ਬਾਕੀ ਨਾ ਪੜ੍ਹਨ, ਤਾਂ ਉਹਨਾਂ ਨੂੰ ਪਤਾ ਲੱਗੂਗਾ ਕਿ ਰਾਵਣ ਵਰਗਾ, ਰਾਵਣ ਵਾਸ ਅ ਗ੍ਰੇਟ ਪਰਸਨ, ਮਤਲਬ ਉਹਦੇ ਤੋਂ ਵੱਡਾ ਗਿਆਨੀ, ਉਸ ਤੋਂ ਵੱਡਾ ਵੇਦਾਂ ਦਾ ਗਿਆਨ ਕਰਨ ਵਾਲਾ, ਉਸ ਤੋਂ ਵੱਡਾ ਜੋਤਸ਼ੀ, ਉਸ ਤੋਂ ਵੱਡਾ ਆਰਕੀਟੈਕਟਰ, ਉਸ ਤੋਂ ਵੱਡਾ ਕਿੰਗ, ਪ੍ਰਤਾਪੀ ਜਿਹਨੂੰ ਕਹਿੰਦੇ ਆ, ਜਾਂ ਮਹਾਪੁਰਸ਼ ਕਹਿ ਲਓ, ਜਾਂ ਯੁੱਗ ਪੁਰਸ਼ ਕਹਿ ਲਓ, ਮਤਲਬ ਕੋਈ ਵੀ ਨਾਮ ਲਿਆ ਜਾ ਸਕਦਾ, ਸਾਰੇ ਨਾਮ ਉਹਦੇ ਕਿਰਦਾਰ ਦੇ ਅੱਗੇ ਛੋਟੇ ਪੈ ਜਾਂਦੇ ਨੇ। ਐਡਾ ਮਹਾਨ ਵਿਅਕਤੀ ਸੀਗਾ ਉਹ, ਕੋਈ ਬੁਰਾ ਵਿਅਕਤੀ ਨਹੀਂ ਸੀਗਾ। ਜੇ ਉਹ ਬੁਰਾ ਵਿਅਕਤੀ ਹੁੰਦਾ, ਮੈਂ ਇੱਕ ਸਵਾਲ ਕਰਨਾ ਚਾਹੁੰਦਾ ਵਾਂ, ਚਾਹੇ ਇਹਦਾ ਜਾ ਕੇ ਪੜ੍ਹਿਆ ਵੀ ਜਾ ਸਕਦਾ, ਕਿਉਂਕਿ ਜਦੋਂ ਮਰਿਆ ਸੀਗਾ ਜਾਂ ਜਦੋਂ ਰਾਵਣ ਨੂੰ ਮਾਰਿਆ ਸੀਗਾ, ਤਾਂ ਰਾਮ ਦੇ ਅਸਲ 'ਚ ਬੋਲ ਸੀਗੇ ਲਕਸ਼ਮਣ ਨੂੰ ਕਿ ਜਾ ਕੇ ਉਸ ਦੇ ਕੋਲੋਂ ਕੁਝ ਸੁਣ ਲਾ, ਉਹਦੇ ਇਹ ਤੈਨੂੰ ਧਰਮ ਦਾ ਗਿਆਨ ਦੇ ਸਕਦਾ। ਜਿਹੜਾ ਵਿਅਕਤੀ ਇਹ ਜਾ ਰਿਹਾ, ਇਸ ਤੋਂ ਵੱਡਾ ਵਿਦਵਾਨ, ਇਸ ਤੋਂ ਵੱਡਾ ਪ੍ਰਤਾਪੀ ਵਿਅਕਤੀ ਨਾ ਹੋਇਆ ਤੇ ਨਾ ਹੋਣਾ ਆ। ਜੇ ਉਹ ਇੰਨਾ ਹੀ ਮਾੜਾ ਵਿਅਕਤੀ ਸੀਗੀ, ਰਾਮ ਜੀ ਨੂੰ ਇਹ ਚੀਜ਼ ਬੋਲਣ ਦੀ ਕੀ ਲੋੜ ਪਈ ਸੀਗੀ? ਸੋ ਇਹ ਵੈਸੇ ਵੀ ਇਤਿਹਾਸ ਤੇ ਜਿੰਨੇ ਮਰਜ਼ੀ ਪੰਨੇ ਫੋਲ ਕੇ ਦੇਖ ਲਓ, ਉਸ ਦੀਆਂ ਕਹਿ ਲਓ ਗਾਥਾਵਾਂ ਹੀ ਮਿਲਣਗੀਆਂ ਕਿ ਉਸ ਦੀ ਗ੍ਰੇਟਨੈਸ ਜਿੰਨੀ ਕਿਸੇ ਵੀ ਥਾਂ ਤੇ ਦੇਖ ਲਓ, ਚਾਹੇ ਸਟਰੋਂਗਲੀ, ਚਾਹੇ ਤੁਸੀਂ ਉਹਦੀ ਗ੍ਰੇਟਨੈਸ ਇਸ ਤੋਂ ਸੁਣ ਲਓ ਕਿ ਵੀ ਮੰਤਰਾਂ ਦਾ ਗਿਆਨ ਕਹਿ ਲਓ, ਜਾਂ ਕਹਿ ਲਓ ਤੰਤਰਿਜ਼ਮ ਦਾ ਗਿਆਨ
ਲੈ ਲਓ, ਚਾਹੇ ਗਿਆਨ ਦੇ ਪੱਖ ਤੋਂ ਲੈ ਲਓ, ਚਾਹੇ ਸ਼ਕਤੀਸ਼ਾਲੀ ਫਿਜ਼ੀਕਲੀ ਪੱਖ ਤੋਂ ਲੈ ਲਓ, ਉਸ ਤੋਂ ਵੱਡਾ ਬੰਦਾ ਕੋਈ ਨਾ ਹੋਇਆ ਤੇ ਨਾ ਹੋਇਆ ਟਿਲ ਡੇਟ ਨਾਓ। ਯੂਜੂਅਲੀ ਮੰਨਿਆ ਗਿਆ ਵਾ, ਜੋ ਅੱਜ ਤੱਕ ਦਾ ਇਤਿਹਾਸ ਰਿਹਾ ਵਾ, ਗ੍ਰਹਿਾਂ ਨੂੰ ਅਸਲ ਦੇ ਵਿੱਚ ਮੰਨਿਆ ਗਿਆ ਵਾ ਕਿ ਸ਼ਿਵਜੀ ਭਗਵਾਨ ਨੇ ਅਸਲ 'ਚ ਕ੍ਰੀਏਟ ਕੀਤਾ ਸੀ ਕਿ ਜਿਹੜਾ ਇਨਸਾਨ ਦੇ ਕਾਰਮਿਕ ਨੇ, ਜਿਹੜੇ ਕਰਮਾਂ ਦਾ ਜੋ ਬੰਦਿਆਂ ਦਾ ਲੇਖਾ ਜੋਖਾ ਵਾ, ਉਸ ਦੇ ਲਿਹਾਜ਼ ਨਾਲ ਗ੍ਰਹਿ ਉਹਨੂੰ ਇਫੈਕਟ ਦੇਣਾ ਸ਼ੁਰੂ ਕਰ ਦੇਣਗੇ। ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਸੀਗੀ ਤੇ ਗ੍ਰਹਿਾਂ ਨੂੰ ਅੱਜ ਤੱਕ ਕਿਸੇ ਨੇ ਵੀ ਪ੍ਰਭਾਵਿਤ ਨਹੀਂ ਕੀਤਾ ਹੈਗਾ, ਜਾਂ ਗ੍ਰਹਿਾਂ ਨੂੰ ਕਿਸੇ ਨੇ ਕੰਟਰੋਲ ਨਹੀਂ ਕਰ ਸਕਿਆ ਅੱਜ ਤੱਕ। ਤੇ ਇਤਿਹਾਸ 'ਚ ਸਿਰਫ ਇੱਕੋ ਇੱਕ ਰਾਵਣ ਹੋਇਆ ਜਿਹਨੇ ਅਸਲ 'ਚ ਗ੍ਰਹਿਾਂ ਨੂੰ ਕੰਟਰੋਲ ਕੀਤਾ ਸੀਗਾ, ਜਿਹਦੇ 'ਚ ਜਦੋਂ ਉਹਦੇ ਬੱਚੇ ਦਾ ਜਨਮ ਹੋਣ ਲੱਗਿਆ 11ਵੇਂ ਘਰ 'ਚ ਬਿਠਾਤੇ ਸੀਗੇ ਲੈ ਕੇ, ਉੱਥੇ ਬੈਠ ਜਾ ਕੇ। ਮਤਲਬ ਐਡਾ ਸ਼ਕਤੀਸ਼ਾਲੀ, ਜਿਹਦੇ ਕੋਲ ਇੰਨੀਆਂ ਪਾਵਰਫੁਲ ਸੀ ਕਿ ਗ੍ਰਹਿਾਂ ਨੂੰ ਅਸਲ 'ਚ ਬਿਠਾ ਸਕਦਾ ਸੀਗਾ। ਦੇਵਤੇ ਅਸਲ 'ਚ ਉਸ ਤੋਂ ਡਰਦੇ ਹੁੰਦੇ ਸੀਗੇ। ਤੇ ਇਹੋ ਜਿਹੇ ਐਡੇ ਵੱਡੇ ਬੰਦੇ ਨੂੰ ਅਸਲ 'ਚ ਅਸੀਂ ਅੱਜ ਤੱਕ ਅਸੀਂ ਕਹ ਲਓ ਪੰਜਾਬੀ 'ਚ ਭੰਡਦੇ ਆ ਰਹੇ ਹਾਂ ਅਸਲ 'ਚ, ਜਾਂ ਇਹ ਇੱਕ ਤਰੀਕੇ ਨਾਲ ਅਸੀਂ ਕੀ ਕਰਦੇ ਆ ਰਹੇ ਹਾਂ, ਅਸੀਂ ਅਸਲ 'ਚ ਆਪ ਹੀ ਇੱਕ ਤਰੀਕੇ ਨਾਲ ਆਪ ਦਾ ਨੁਕਸਾਨ ਕਰ ਰਹੇ ਹਾਂ। ਕਿਉਂਕਿ ਹੁੰਦਾ ਕੀ ਪਿਆ ਵਾ, ਅਸੀਂ ਆਪ ਹੀ ਉਸ ਬੰਦੇ ਨੂੰ ਖਰਾਬ ਕਹਿ ਰਹੇ ਹਾਂ। ਅਸਲ ਜਿਹੜਾ ਬਹੁਤ ਵੱਡਾ ਯੁੱਗ ਪੁਰਸ਼ ਸੀਗਾ, ਬਹੁਤ ਵੱਡੀ ਨੌਲੇਜ ਰੱਖਣ ਵਾਲਾ, ਸੰਗੀਤ ਦਾ ਬਹੁਤ ਵੱਡਾ ਗਿਆਤਾ ਸੀਗਾ, ਐਸਟ੍ਰੋਲੋਜੀ ਦਾ ਮਤਲਬ ਸਭ ਤੋਂ ਵੱਡਾ ਰਾਵਣ ਸਾਹਿਤਾ ਉਹਦੀ ਲਿਖੀ ਹੋਈ ਹੈਗੀ ਆ, ਮੰਤਰਾਂ ਦੇ ਅਸਲ 'ਚ ਇੰਨੇ ਵੱਡੇ ਸ਼ਾਬਰ ਮੰਤਰ ਉਹਦੇ ਦਿੱਤੇ ਗਏ ਨੇ। ਸੋ ਬਹੁਤ ਵੱਡਾ ਗਿਆਤਾ ਬੰਦਾ ਸੀ, ਉਹਦੀ ਕੋਈ ਛੋਟੀ ਮੋਟੀ ਦੇਣ ਨਹੀਂ ਹੈਗੀ ਕਹਿ ਲਓ। ਪਰ ਉਹਨੂੰ ਗੱਲ ਕੀ ਆ, ਕੁਛ ਲੋਕਾਂ ਦੇ ਉਹ ਕਿਹਾ ਜਾਂਦਾ ਇਤਿਹਾਸ ਅਸਲ 'ਚ ਹਮੇਸ਼ਾ ਜਿੱਤਣ ਵਾਲਿਆਂ ਦਾ ਲਿਖਿਆ ਜਾਂਦਾ ਵਾ, ਜਿਹੜਾ ਹਾਰੇ ਨੇ ਉਹਨਾਂ ਦਾ ਕਦੇ ਨਹੀਂ ਲਿਖਿਆ ਜਾਂਦਾ ਹੈਗਾ। ਪਰ ਕੁਛ ਨਾ ਕੁਛ ਕੋਈ ਐਸੇ ਰਾਈਟਰ ਹੁੰਦੇ ਆ ਅਸਲ 'ਚ ਲਿਖ ਕੇ ਜਾਂਦੇ ਆ ਕਿ ਉਹਨਾਂ ਦੀ ਕੀ ਗਾਥਾ ਸੀ, ਅਸਲ 'ਚ ਸਟੋਰੀ ਸੀ ਕੀ। ਉਹ ਅਸਲ ਦੇ ਵਿੱਚ ਹੀ ਵਾਜ਼ ਅ ਵੈਰੀ ਗ੍ਰੇਟ ਪਰਸਨ, ਜੋ ਉਹਦੀ ਕਹਿ ਲਓ ਕੰਟਰੀਬਿਊਸ਼ਨ ਸੀਗੀ ਕਿਸੇ ਵੀ ਪੱਧਰ ਤੋਂ ਦੇਖ ਲਓ ਜਾ ਕੇ, ਜਾਂ ਕੋਈ ਚੀਜ਼ ਚੱਕ ਲਓ, ਉਹ ਹਰੇਕ ਪੱਖ ਤੋਂ, ਚਾਹੇ ਇੱਕ ਰਾਜਾ ਸੀਗਾ ਜਾਂ ਕਿਸੇ ਤਰੀਕੇ ਨਾਲ ਕਰਦਾ ਸੀ, ਬਹੁਤ ਵਧੀਆ ਸੀਗਾ ਉਹ ਚੀਜ਼। ਸੋ ਬੇਸਿਕਲੀ ਮੇਰੇ ਹਿਸਾਬ ਨਾਲ, ਮੇਰੇ ਸਮਝਣ 'ਚ ਗੱਲ ਇਹ ਹੈ ਕਿ ਕਿਸੇ ਵੀ ਬੰਦੇ ਦੀ ਬੁਰਾਈਆਂ ਛੱਡ ਕੇ ਅੱਛਾਈਆਂ ਲੈ ਲੈਣੀਆਂ ਚਾਹੀਦੀਆਂ। ਜੇ ਉਹਨੇ ਕੋਈ ਗਲਤੀ ਕੀਤੀ ਉਹਨੂੰ ਛੱਡ ਕੇ ਆਪਾਂ ਉਹਦੀ ਅੱਛਾਈਆਂ ਲਈਏ। ਜਿਵੇਂ ਕਿ ਉਹ ਇੱਕ ਸ਼ਿਵ ਜੀ ਦਾ ਬਹੁਤ ਵੱਡਾ ਭਗਤ ਕਿਹਾ ਗਿਆ, ਸਭ ਤੋਂ ਵੱਡਾ ਭਗਤ ਕਿਹਾ ਗਿਆ ਹੈ। ਦੇਖੋ ਸ਼ਿਵ ਜੀ ਭਗਵਾਨ ਦੇ ਬਾਰੇ 'ਚ ਤਾਂ ਏਡੀ ਵੱਡੀ ਗੱਲ ਆ, ਅੱਜ ਤੱਕ ਟਿਲ ਡੇਟ ਨਾਓ ਮਤਲਬ ਸ਼ਿਵ ਜੀ ਭਗਵਾਨ ਨੂੰ ਨਾ ਸੁਪਰੀਮ ਗੋਡ ਮੰਨਦੇ ਨੇ। ਉਹਨਾਂ ਤੋਂ ਵੱਡਾ ਰੱਬ ਨਹੀਂ, ਮਹਾਦੇਵਤਾ ਹੀ ਕਹਿੰਦੇ ਨੇ। ਤੇ ਉਹਨਾਂ ਦਾ ਜੇ ਸਭ ਤੋਂ ਵੱਡਾ ਭਗਤ ਮੰਨਾਂਗੇ ਤਾਂ ਸਭ ਤੋਂ ਪਹਿਲਾਂ ਰਾਵਣ ਆਉਂਦਾ ਵਾ। ਤੇ ਸ਼ਿਵ ਜੀ ਭਗਵਾਨ ਦਾ ਵੈਸੇ ਹੀ ਕੋਈ ਬੰਦੇ ਦੇਖ ਲੈਣ, ਚਾਹੇ ਫੋਟੋਆਂ ਦੇਖਿਓ ਤੁਸੀਂ ਸ਼ਿਵ ਜੀ ਭਗਵਾਨ ਦੀ, ਕਦੇ ਤੁਹਾਨੂੰ ਹੱਸਦੇ ਹੋਏ ਦੀ ਫੋਟੋ ਨਹੀਂ ਦਿਖੂ, ਹਮੇਸ਼ਾ ਸਮਾਧੀ ਦੇ ਵਿੱਚ ਫੋਟੋ ਦਿਖੂਗੀ। ਤੇ ਸ਼ਿਵ ਜੀ ਭਗਵਾਨ ਨੂੰ ਹਸਾਉਣ ਵਾਲਾ ਸਿਰਫ ਦੁਨੀਆ ਤੇ ਇੱਕ ਵਿਅਕਤੀ ਪੈਦਾ ਹੋਇਆ, ਜਿਹੜਾ ਹੈਗਾ ਜਿਹਨੂੰ ਕਹਿੰਦੇ ਨੇ ਰਾਵਣ। ਰਾਵਣ ਇਸ ਤਰੀਕੇ ਨਾਲ ਜਦੋਂ ਇਤਿਹਾਸ ਨੂੰ ਫਰੋਲਦੇ ਆ, ਸ਼ਿਵ ਜੀ ਭਗਵਾਨ ਨਾਲ ਇਸ ਤਰੀਕੇ ਨਾਲ ਮਤਲਬ ਉਹਨਾਂ ਦੇ ਸੰਦਰਭ ਮਿਲਦੇ ਨੇ ਜਿੱਦਾਂ ਇੱਕ ਬੱਚਾ ਆਪਣੇ ਬਾਪ ਨਾਲ ਅੜੀ ਕਰਦਾ ਆ, ਤੇ ਸ਼ਿਵ ਜੀ ਭਗਵਾਨ ਹੱਸਦੇ ਨੇ ਫਿਰ ਉਹਦੇ ਨਾਲ। ਮਤਲਬ ਇੰਨੀ ਜ਼ਿਆਦਾ ਨੇੜਤਾ ਕਹਿ ਲਓ, ਇੰਨਾ ਜ਼ਿਆਦਾ ਪ੍ਰਭਾਵਿਤ ਅਸਲ ਦੇ ਵਿੱਚ ਸ਼ਿਵ ਜੀ ਭਗਵਾਨ ਦਾ ਐਡਾ ਵੱਡਾ ਭਗਤ ਸੀਗਾ। ਤੇ ਆਪਾਂ ਉਸ ਵਿਅਕਤੀ ਦੇ ਅਗੇਂਸਟ ਅਸਲ 'ਚ ਸੈਲੀਬ੍ਰੇਸ਼ਨਸ ਕਰ ਰਹੇ ਹਾਂ। ਸੋਚੋ ਆਪਾਂ ਕਿੱਡਾ ਵੱਡਾ ਨੈਗੇਟਿਵਲੀ ਆਪਣਾ ਇੰਪੈਕਟ ਪਾ ਰਹੇ ਹਾਂ। ਰੀਜ਼ਨ ਕੀ ਆ ਉਹਦੇ ਨਾਲ, ਹੁੰਦਾ ਕੀ ਆ, ਇਹ ਹੋਰ ਕੁਛ ਨਹੀਂ, ਸਾਰੀ ਊਰਜਾ ਸ਼ਕਤੀ ਦਾ ਪ੍ਰਭਾਵ ਹੈਗਾ ਵਾ। ਸਪੋਜ਼ ਆਪਾਂ ਕਿਸੇ ਚੰਗੀ ਜਗ੍ਹਾ ਤੇ ਜਾਂਦੇ ਆ, ਕਿਸੇ ਕਹ ਲਓ ਆਪਾਂ ਧਾਰਮਿਕ ਸਥਾਨਾਂ ਤੇ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ, ਅਸੀਂ ਕਰਦੇ ਕੀ ਆ, ਉੱਥੇ ਦੀ ਹੈ ਤਾਂ ਕੋਈ ਨਹੀਂ ਕਿਸੇ ਚੀਜ਼ ਦੀ ਪ੍ਰੈਜ਼ੈਂਸ ਨਹੀਂ, ਸਿਰਫ ਇੱਕ ਔਰਾ ਸ਼ਕਤੀ ਆ ਜਿਹੜੀ ਅਸੀਂ ਲੈਣ ਜਾਂਦੇ ਆ, ਕਿਉਂਕਿ ਉੱਥੇ ਕਿਤੇ ਨਾ ਕਿਤੇ ਕਦੇ ਨਾ ਕਦੇ ਕਿਸੇ ਵਿਅਕਤੀ ਨੇ ਕੁਝ ਚੰਗਾ ਕਰਮ ਕੀਤਾ ਸੀਗਾ, ਜਾਂ ਪਾਠ ਪੂਜਾ ਕੀਤੀ ਸੀ, ਜਾਂ ਉੱਥੇ ਕਿਸੇ ਚੀਜ਼ ਦਾ ਸੀ, ਉੱਥੋਂ ਅਸੀਂ ਔਰਾ ਸ਼ਕਤੀ ਲੈਣ ਜਾਂਦੇ ਆ। ਸੇਮ ਤਰੀਕੇ ਦੇ ਨਾਲ ਜਿਹੜਾ ਐਡਾ ਵੱਡਾ ਵਿਅਕਤੀ ਸੀਗਾ ਦੁਨੀਆ ਦਾ, ਜਿਹਨੂੰ ਮਤਲਬ ਦੇਵਤੇ ਤੱਕ ਡਰਦੇ ਸੀਗੇ ਜਿਸ ਬੰਦੇ ਤੋਂ, ਜਿਹਨੇ ਗ੍ਰਹਿਾਂ ਨੂੰ ਅਸਲ 'ਚ ਕਾਬੂ ਕੀਤਾ ਹੋਇਆ ਸੀਗਾ, ਜਿਹੜੇ ਮੰਤਰਾਂ 'ਚ ਇੰਨੀ ਸ਼ਕਤੀ ਸੀਗੀ, ਉਸ ਵਿਅਕਤੀ ਦੇ ਬਾਰੇ 'ਚ ਜੇ ਅਸੀਂ ਬੁਰਾ ਬੋਲਦੇ ਪਏ ਆ ਜਾਂ ਉਹਨੂੰ ਸੈਲੀਬ੍ਰੇਟ ਕਰਦੇ ਪਏ ਆ, ਸੋਚੋ ਸਾਡਾ ਅਸਲ 'ਚ ਕਿੰਨਾ ਨੁਕਸਾਨ ਅਸੀਂ ਆਪਦਾ ਅਸਲ 'ਚ ਭਲਾ ਨਹੀਂ ਕਰਦੇ ਪਏ, ਆਪਦਾ ਖੁਦ ਦਾ ਨੁਕਸਾਨ ਕਰਾਉਣੇ ਪਏ ਆ। ਅਸੀਂ ਉਸ ਨੂੰ ਚੰਗਾ ਨਹੀਂ ਕਰਦੇ ਪਏ, ਹੋਰ ਜ਼ਿਆਦਾ ਨੈਗੇਟਿਵਲੀ ਅਸਲ 'ਚ ਇੰਪੈਕਟ ਕਰਦੇ ਪਏ ਆ। ਸਾਡੇ ਅਸਲ 'ਚ ਗ੍ਰਹਿਾਂ ਦਾ ਪੋਜ਼ਿਟਿਵ ਨਹੀਂ ਹੋ ਰਿਹਾ, ਨੈਗੇਟਿਵ ਅਸਲ 'ਚ ਪ੍ਰਭਾਵ ਹੋ ਰਿਹਾ। ਇਵਨ ਜਦੋਂ ਆਪਾਂ ਇੰਡੀਆ ਦੇ ਵਿੱਚ ਜਾਂਦੇ ਹਾਂ, ਸਾਊਥ ਸਾਈਡ ਤੇ ਚਲੇ ਜਾਓ, ਰਾਵਣ ਨੂੰ ਅੱਜ ਵੀ ਪੂਜਦੇ ਨੇ ਅਸਲ ਦੇ ਵਿੱਚ ਲੋਕ। ਇਹ ਨਹੀਂ ਹੈਗਾ ਕਿ ਸਾਰੇ ਜਾਣੇ ਮਤਲਬ ਮਾੜਾ ਹੀ ਕਹਿੰਦੇ ਨੇ, ਪੂਜਦੇ ਪਏ ਨੇ ਅਸਲ 'ਚ ਲੋਕ। ਸਿਰਫ ਇਹ ਆ ਵੀ ਥੋੜਾ ਜਿਹਾ ਅਸੀਂ ਕੁਛ, ਹਰੇਕ ਦੀ ਹੋ ਸਕਦੀ ਆਪੋ ਆਪਣੀ ਮਾਨਸਿਕ ਸਥਿਤੀ ਹੋ ਸਕਦੀ ਹੈ, ਜਾਂ ਹਰੇਕ ਆਪੋ ਆਪਣੇ ਵਿਚਾਰ ਰੱਖ ਸਕਦਾ, ਪਰ ਅਸਲ 'ਚ ਸੱਚਾਈ ਅਸਲ 'ਚ ਆਹ ਵਾ ਜਿਹੜੀ ਚੀਜ਼ ਮਤਲਬ ਸਮਝਣ ਦੀ ਲੋੜ ਹੈਗੀ ਆ ਸਾਨੂੰ। ਕੁਛ ਚੀਜ਼ਾਂ ਸਮੇਂ ਦੇ ਨਾਲ ਬਦਲਣੀਆਂ ਜ਼ਰੂਰੀ ਹੁੰਦੀਆਂ ਤੇ ਕਰਨੀਆਂ ਵੀ ਚਾਹੀਦੀਆਂ ਨੇ। ਠੀਕ ਆ, ਜੇ ਕਿਸੇ ਨੇ ਇੱਕ ਚੀਜ਼ ਦੱਸਤੀ ਆਪਾਂ ਉਹਨੂੰ ਫੋਲੋ ਕਰੀ, ਜੇ ਉਹ ਭੇਡਾਂ ਵਾਲੀ ਗੱਲ ਨਾ ਕਰੀਏ ਕਿ ਭੇਡਾਂ ਇੱਕ ਚਲੀ ਗਈ ਤਾਂ ਦੂਜੀ ਵੀ ਮਗਰ ਹੈਗੀ ਹੈ। ਨੋ, ਸਾਨੂੰ ਸੋਚਣਾ ਚਾਹੀਦਾ ਕੁਛ ਚੀਜ਼ ਅਸੀਂ ਬਹੁਤ ਗਲਤ ਕਰਦੇ ਪਏ ਆ, ਉਹ ਚੀਜ਼ ਨਹੀਂ ਕਰਨੀ ਚਾਹੀਦੀ ਹੈਗੀ ਸਾਨੂੰ। ਸੋ ਮੇਨ ਇਹ ਚੀਜ਼ ਹੈ। ਠੀਕ ਹੈ। ਸੋ ਬੇਸਿਕਲੀ ਗੱਲ ਇਹ ਹੈ ਕਿ ਅਸੀਂ ਚੰਗੀਆਂ ਚੀਜ਼ਾਂ ਲਈਏ ਤੇ ਬੁਰੀਆਂ ਚੀਜ਼ਾਂ ਛੱਡੀਏ।
ਤੇ ਇਸ ਤੋਂ ਬਾਅਦ ਇੱਕ ਸਾਡੇ ਹੋਰ ਤਿਉਹਾਰ ਆਉਂਦਾ ਧਨਤੇਰਸ, ਉਹਦਾ ਕੀ ਮਹੱਤਵ ਹੈ? ਦੇਖੋ ਧਨਤੇਰਸ ਦੇ ਵਿੱਚ ਮੇਨ ਇਹ ਚੀਜ਼ ਹੁੰਦੀ ਹੈ ਕਿ ਵੀ ਇਹ ਸ਼ੁਭ ਮੰਨਿਆ ਜਾਂਦਾ ਕਿ ਕੁਛ ਨਾ ਕੁਛ ਚੀਜ਼ ਨਾ ਅਸਲ ਦੇ ਵਿੱਚ ਤੁਸੀਂ ਬਾਏ ਕਰੋ। ਅਸਲ ਜੋ ਮਸਲ ਟ੍ਰੈਡੀਸ਼ਨ ਬਣਿਆ ਹੋਇਆ ਹੈਗਾ ਉਹਨੂੰ ਗਰੋਥ ਦਾ ਸਿੰਬਲ ਮੰਨਿਆ ਜਾਂਦਾ, ਪ੍ਰੋਸਪੈਰਿਟੀ ਮੰਨੀ ਜਾਂਦੀ ਹੈ ਕਿ ਕੁਛ ਨਾ ਕੁਛ ਚੀਜ਼ ਗੋਲਡ ਲੈ ਲਓ ਜਾਂ ਕੋਈ ਬਰਤਨ ਲੈ ਲਓ, ਕੋਈ ਚੀਜ਼ ਘਰ ਦੇ ਵਿੱਚ ਐਡੀਸ਼ਨ ਹੋਣਾ ਚਾਹੀਦਾ ਤੁਹਾਡਾ। ਜੇ ਤੁਸੀਂ ਐਡੀਸ਼ਨ ਕਰੋਗੇ ਉਹਨੂੰ ਬਰਕਤ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਕਿ ਸਾਡੇ ਘਰ 'ਚ ਬਰਕਤ ਹੋਊਗੀ ਅਸਲ ਦੇ ਵਿੱਚ। ਇਸ ਲਈ ਉਸ ਦਿਨ ਕੁਛ ਨਾ ਕੁਛ ਪਰਚੇਜ਼ਿੰਗ ਜ਼ਰੂਰ ਕਰੀਦੀ ਹੈ ਜਾਂ ਆਪਣਾ ਜਿਹੜਾ ਤੁਹਾਡਾ ਜੋੜਿਆ ਹੋਇਆ ਧਨ ਆ ਕਿਤੇ ਨਾ ਕਿਤੇ ਤੁਹਾਡਾ ਅਸਲ 'ਚ ਗਰੋਥ ਦੇ ਵਿੱਚ ਜਾਵੇ, ਜਿਹੜੀ ਚੀਜ਼ ਦੀ ਤੁਸੀਂ ਕਾਮਨਾ ਕਰਦੇ ਹੋ। ਸਪੈਸ਼ਲੀ ਲੇਡੀਜ਼ ਨੂੰ ਅਸਲ ਦੇ ਵਿੱਚ ਗਹਿਣੇ ਦਵਾਏ ਜਾਂਦੇ ਨੇ, ਉਹ ਇਸ ਲਈ ਹੁੰਦਾ ਕਿ ਮਾਂ ਲక్ష్ਮੀ, ਕਿਉਂਕਿ ਦੀਪਾਵਲੀ ਆਉਣੀ ਹੁੰਦੀ ਆ, ਮਾਂ ਲక్ష్ਮੀ ਨੂੰ ਅਸਲ ਦੇ ਵਿੱਚ ਖੁਸ਼ ਕੀਤਾ ਜਾਂਦਾ ਅਸਲ ਦੇ ਵਿੱਚ, ਇਸ ਲਈ ਉਹ ਧਨਤੇਰਸ ਦਾ ਜ਼ਿਆਦਾ ਮੰਨਿਆ। ਮੈਨੂੰ ਤਾਂ ਲੱਗਦਾ ਲੇਡੀਜ਼ ਤਾਂ ਵੇਟ ਹੀ ਕਰਵਾ ਚੌਥ ਤੇ ਧਨਤੇਰਸ ਦੀਆਂ ਕਰਦੇ, ਇਹਨਾਂ ਨੂੰ ਜੁਐਲਰੀ ਜਾਂ ਗਹਿਣੇ ਗੁੱਟੇ ਦੇ ਜਾ ਸਕਣ। ਤੇ ਇਹ ਜ਼ਰੂਰੀ ਹੈ ਕਿ ਕੋਈ ਮੈਟਲ ਹੀ ਦਿਆ ਜਾਵੇ ਜਾਂ ਹੋਰ ਕੋਈ ਮਤਲਬ ਪਲਾਸਟਿਕ ਵਗੈਰਾ, ਜਾਂ ਮਤਲਬ ਆਮ ਬੰਦੇ ਵਾਸਤੇ ਕਿਸੇ ਵੀ ਤਰੀਕੇ ਦਾ ਕੁਛ ਵੀ ਲਿਆ ਜਾ ਸਕਦਾ, ਸਿਰਫ ਐਡੀਸ਼ਨ ਕਰਨਾ ਹੁੰਦਾ। ਜਾਂ ਕਈ ਵਾਰੀ ਇੱਕ ਚੀਜ਼ ਹੁੰਦੀ ਆ, ਸਪੋਜ਼ ਕਈ ਵਾਰੀ ਹੋ ਸਕਦਾ ਅਸੀਂ 1 ਸਾਲ ਪਰ ਕੋਈ ਐਸੀ ਚੀਜ਼ ਦੀ ਵੇਟ ਕਰ ਰਹੇ ਹਾਂ, ਸਪੋਜ਼ ਕੋਈ ਟੈਲੀਵਿਜ਼ਨ ਹੋ ਸਕਦਾ, ਕੋਈ ਮੋਬਾਈਲ ਫੋਨ ਹੋ ਸਕਦਾ, ਕਿਸੇ ਵੀ ਚੀਜ਼ ਦੀ ਹੋ ਸਕਦੀ ਆ, ਗਿਫਟ ਕਰੀਦਾ ਅਸਲ ਦੇ ਵਿੱਚ ਆਪਣੇ ਘਰ ਦੇ ਨੂੰ। ਹੋ ਸਕਦਾ ਮਾਂ ਬਾਪ ਨੂੰ ਤੁਸੀਂ ਕੋਈ ਚੀਜ਼ ਗਿਫਟ ਕਰ ਦਿਓ, ਐਡੀਸ਼ਨ ਕਰਨਾ ਵਾ ਅਸਲ 'ਚ, ਕਿਸੇ ਵੀ ਚੀਜ਼ ਦਾ ਐਡੀਸ਼ਨ ਹੋ ਸਕਦਾ ਵਾ। ਬਸ ਬਰਕਤ ਉਹਨੂੰ ਕਹਿੰਦੇ ਆ ਕਿ ਸਾਡੇ ਚੀਜ਼ ਘਰ 'ਚ ਵਾਧਾ ਹੋਇਆ ਅਸਲ ਦੇ ਵਿੱਚ, ਮੇਨ ਇਹ ਚੀਜ਼ ਕਰੀ। ਤੇ ਧਨਤੇਰਸ ਤੇ ਕਿਸੇ ਤਰ੍ਹਾਂ ਦੀ ਕੋਈ ਸਪੈਸ਼ਲ ਪੂਜਾ ਜੋ ਕਿ ਗ੍ਰਹਿਾਂ ਨੂੰ ਪ੍ਰਭਾਵਿਤ ਕਰੇ? ਮੇਨ ਤਾਂ ਲక్ష్ਮੀ ਪੂਜਾ ਦਾ ਵਿਧਾਨ ਮੰਨਿਆ ਹੈਗਾ। ਵੈਸੇ ਤਾਂ ਪੂਜਾ ਕਾਫੀ 4-5 ਦਿਨ ਚੱਲਦੀ ਰਹਿੰਦੀ ਹੈ ਅਸਲ ਦੇ ਵਿੱਚ, ਜਦੋਂ ਆਪਾਂ ਦੀਵਾਲੀ ਤੋਂ ਪਹਿਲਾਂ ਕਰਦੇ ਹਾਂ। ਪਰ ਮੇਨ ਕਿਉਂਕਿ ਅੱਜ ਕੱਲ੍ਹ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ, ਸਿਰਫ ਮੇਨ ਇਹ ਹੁੰਦਾ ਕਿ ਜਿੱਦਣ ਲక్ష్ਮੀ ਪੂਜਾ ਕਰੀਦੀ ਆ ਉਦੋਂ ਜ਼ਿਆਦਾ ਮੇਨ ਸਾਰੇ ਲੋਕ ਕਰਦੇ ਨੇ ਪੂਜਾ, ਉਹ ਕਰਨੀ ਜ਼ਿਆਦਾ ਜ਼ਰੂਰੀ ਕਹਿ ਲਓ ਜ਼ਿਆਦਾ ਹੈਗਾ। ਬਾਕੀ ਜੇ ਕਰ ਸਕਦੇ ਹੋ ਤਾਂ ਸਾਰੇ ਦਿਨ ਵੀ ਤੁਸੀਂ ਕਰ ਸਕਦੇ ਹੋ। ਉੱਦਾਂ ਜਨਰਲ ਨੌਲੇਜ ਵਾਸਤੇ ਦੱਸਿਆ ਜਾਵੇ ਤਾਂ ਕਦੋਂ ਤੋਂ ਪੂਜਾ ਸ਼ੁਰੂ ਹੁੰਦੀ ਹੈ ਤੇ ਕਦੋਂ ਤੱਕ ਰਹਿੰਦੀ ਹੈ? ਮੇਨ ਇਹ ਜਦੋਂ ਹੁੰਦਾ ਵਾ ਕਿ ਵੀ ਅਸਲ 'ਚ 7-8 ਦਿਨ ਜਿਹੜੇ ਹੁੰਦੇ ਆ ਪਹਿਲੇ, ਉਦੋਂ ਤੋਂ ਪੂਜਾ ਸਟਾਰਟ। ਅਸਲ 'ਚ ਜਿਹੜੀ ਮਾਂ ਲక్ష్ਮੀ ਦੇ 8 ਰੂਪ ਮੰਨੇ ਗਏ ਨੇ ਅਸਲ 'ਚ, ਜਿੱਦਾਂ ਮਾਂ ਲక్ష్ਮੀ ਨੂੰ ਪੂਜਿਆ ਜਾਂਦਾ ਵਾ। ਇਹ 8 ਰੂਪ ਆਪੋ ਆਪਣੇ ਰੂਪ 'ਚ ਅੱਡ-ਅੱਡ ਕਹਿ ਲਓ ਸਾਡੀਆਂ ਜਿਹੜੀਆਂ ਡਿਜ਼ਾਇਰਸ ਮੰਨੀਆਂ ਜਾਂਦੀਆਂ ਨੇ, ਸਾਡੀਆਂ ਜਿਹੜੀਆਂ ਇੱਛਾਵਾਂ ਦੀ ਪੂਰਤੀ ਆ, ਜਾਂ ਜਿਹੜਾ ਮਟੀਰੀਅਲ ਵਰਲਡ ਹੈਗਾ ਵਾ, ਹਰੇਕ ਨੂੰ ਰੂਲ ਕੀਤਾ ਜਾਂਦਾ ਵਾ ਉਹਨਾਂ ਚੀਜ਼ਾਂ ਦੇ ਵਿੱਚ। ਸੋ ਹਰੇਕ ਰੂਪ ਦੀ ਮਾਂ ਦੀ ਪੂਜਾ ਕੀਤੀ ਜਾਂਦੀ ਆ ਉਹਨਾਂ ਦਿਨਾਂ ਦੇ ਵਿੱਚ, ਅੱਡ-ਅੱਡ ਰੂਪਾਂ ਦੇ ਵਿੱਚ। ਸੋ ਐਂਡ ਵਾਲੇ ਦਿਨ ਫਿਰ ਮਾਂ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਹੈ। ਸੋ ਦੈਟ ਮੀਨਸ ਕਿ ਦੀਪਾਵਲੀ ਯੈਸ। ਦੀਪਾਵਲੀ ਤੋਂ ਬਾਅਦ ਫਿਰ ਉਸ ਤੋਂ ਅਗਲੇ ਦਿਨ ਹੁੰਦਾ ਵਿਸ਼ਵਕਰਮਾ ਡੇ, ਉਹਦਾ ਕੀ ਮਹੱਤਵ ਹੈ? ਵਿਸ਼ਵਕਰਮਾ ਡੇ ਇਸ ਲਈ ਮਨਾਇਆ ਜਾਂਦਾ, ਅਸਲ ਜਿਹੜੇ ਕਿਰਤੀ ਲੋਕਾਂ ਲਈ ਮਨਾਇਆ ਗਿਆ ਸੀਗਾ। ਵੈਸੇ ਇਹਦਾ ਜੇ ਸਿੰਪਲੀ ਕਨਸੈਪਟ ਸਮਝਿਆ ਜਾਏ ਇਸ ਲਈ ਸੀਗਾ ਕਿਉਂਕਿ ਕਈ ਵਾਰੀ ਹੁੰਦਾ ਕਿ ਜਿਹੜੇ ਅਮੀਰ ਲੋਕ ਕਹਿ ਲਓ ਜਾਂ ਜਿਹੜੇ ਅਸਲ 'ਚ ਵੈਲ ਟੂ ਡੂ ਫੈਮਲੀਜ਼ ਨੇ, ਉਹ ਦੀਪਾਵਲੀ ਤੇ ਕਹਿ ਲਓ ਪਟਾਕੇ ਚਲਾ ਲਏ ਜਾਂ ਹੋਰ ਕੋਈ ਚੀਜ਼ਾਂ ਕਰ ਲਈਆਂ, ਸੈਲੀਬ੍ਰੇਸ਼ਨਸ ਕਰ ਲਈਆਂ, ਮਠਾਈਆਂ ਕਰ ਲਈਆਂ, ਕਹਿ ਲਓ ਉਹ ਵੈਲ ਟੂ ਡੂ ਦੀਵਾਲੀ ਮਨਾ ਲੈਂਦੇ ਸੀਗੇ। ਪਰ ਵਿਸ਼ਵਕਰਮਾ ਡੇ ਕੀ ਕਹਿ ਲਓ ਜਿਹੜੇ ਕਿਰਤੀ ਜਿਹੜਾ ਅਸਲ ਦੇ ਵਿੱਚ ਸਕਿੱਲ ਜਿਹੜੀ ਲੇਬਰ ਹੈਗੀ ਅਸਲ ਦੇ ਵਿੱਚ, ਜਾਂ ਜਿਹੜਾ ਸਾਡਾ ਬਿਜ਼ਨਸ ਚੱਲਦਾ ਪਿਆ, ਉਹਨਾਂ ਲੋਕਾਂ ਦੇ ਲਈ ਅਸਲ ਦੇ ਵਿੱਚ ਬਿਜ਼ਨਸ ਨੂੰ ਸਮਰਪਿਤ ਕੀਤਾ ਗਿਆ ਕਿ ਜਿਹੜੇ ਕਿਰਤੀ ਲੋਕ ਨੇ ਅਸਲ 'ਚ ਉਹਨਾਂ ਦੇ ਨਾਲ ਵੀ ਸੈਲੀਬ੍ਰੇਸ਼ਨ ਕੀਤੀ ਜਾਵੇ। ਉਦੋਂ ਕੰਮ ਨਹੀਂ ਹੁੰਦਾ ਅਸਲ 'ਚ, ਜਿਹੜੀ ਸਾਡੀ ਕਿਰਤ ਆ, ਸਾਡਾ ਜਿਹੜਾ ਕੋਈ ਵੀ ਕਿਸੇ ਵੀ ਤਰੀਕੇ ਦਾ ਕੰਮ ਹੋ ਸਕਦਾ, ਉਹਨੂੰ ਅਸਲ ਦੇ ਵਿੱਚ ਉਸ ਡੇ ਨੂੰ ਸਮਰਪਿਤ ਕੀਤਾ ਜਾਂਦਾ ਵਾ ਕਿ ਉੱਥੇ ਜਾ ਕੇ ਪਾਠ ਪੂਜਾ ਕਰਕੇ ਤੁਸੀਂ ਵਾਪਸ ਆ ਜਾਓ ਤੇ ਤੁਹਾਡਾ ਜਿਹੜਾ ਸਪੈਸ਼ਲੀ ਜਿਹੜਾ ਕੋਈ ਵੀ ਤੁਹਾਡੇ ਲਈ ਕੰਮ ਕਰ ਰਿਹਾ ਵਾ ਜਾਂ ਕੰਮ ਹੈਗਾ ਤੁਹਾਡਾ ਕਿਸੇ ਵੀ ਤਰੀਕੇ ਦਾ, ਕੋਈ ਤੁਹਾਡਾ ਪਾਰਟਨਰ ਵੀ ਹੋ ਸਕਦਾ, ਕੁਛ ਨਾ ਕੁਛ ਉਹਨਾਂ ਨੂੰ ਦੇਣ ਦਾ ਜ਼ਰੂਰ ਰੀਤੀ ਰਿਵਾਜ ਬਣਿਆ ਹੋਇਆ ਕਿ ਉਹਨਾਂ ਨੂੰ ਦੇਈਦਾ ਜ਼ਰੂਰ ਹੈਗਾ ਵਾ ਕੁਛ। ਸੋ ਜਿਵੇਂ ਕਿ ਆਪਾਂ ਇੰਡੀਆ 'ਚ ਵੀ ਦੇਖਿਆ ਹੈ ਕਿ ਲੋਕ ਫੈਕਟਰੀਆਂ 'ਚ ਜਾਂਦੇ ਨੇ ਜਾਂ ਆਪਣੇ ਜਿੱਥੇ ਵੀ ਉਹਨਾਂ ਦੀ ਸ਼ਾਪਸ ਨੇ ਉੱਥੇ ਜਾਂਦੇ ਨੇ, ਟੂਲਸ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਟੂਲਸ ਦੀ ਕਿਉਂ? ਸਿਰਫ ਇਹ ਇੱਕ ਨਾ ਕਹਿ ਲਓ ਵਿਧੀ ਬਣੀ ਹੋਈ ਆ ਅਸਲ 'ਚ, ਕਹਿ ਲਓ ਰੀਤੀ ਜਿੱਦਾਂ ਬਣੀ ਹੋਈ ਹੈ ਨਾ, ਜਿੱਦਾਂ ਹੁਣ ਆਪਾਂ ਸਟਾਰਟ ਕੀਤਾ ਰਾਵਣ ਨੂੰ ਅਸਲ ਦੇ ਵਿੱਚ ਸਾੜਨ ਲੱਗੇ ਹੋਏ ਹੈਗਾ ਜੀ, ਉਹਦੇ 10 ਸਿਰ ਨੇ ਉਹਨੂੰ ਸਾੜੀ ਜਾਓ, ਉਹ ਹੁਣ ਬਸ ਉਹ ਲੱਗੇ ਹੋਏ ਨੇ ਅਸਲ 'ਚ। ਕੁਛ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਮਾਜ 'ਚ ਬਸ ਸ਼ੁਰੂ ਹੋਈਆਂ ਨੇ, ਉਹਨੂੰ ਬਸ ਕੀਪ ਔਨ ਗੋਇੰਗ ਸਾਰੇ ਕਰੀ ਜਾਂਦੇ ਪਏ ਨੇ। ਸਿਰਫ ਇਸ ਲਈ ਬਣਿਆ ਹੋਇਆ ਵਾ ਅਸਲ ਦੇ ਵਿੱਚ ਜਿਹੜੇ ਕਿਰਤੀ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਵੀ ਕੁਛ ਮਿਲੇ ਅਸਲ ਦੇ ਵਿੱਚ, ਇਸ ਲਈ ਉਹਨਾਂ ਨੂੰ ਦਿੱਤਾ ਜਾਂਦਾ ਹੈਗਾ ਵਾ। ਸੋ ਭਗਵਾਨ ਵਿਸ਼ਵਕਰਮਾ ਜੀ ਦੇ ਲਈ ਬੇਸਿਕਲੀ ਸੈਲੀਬ੍ਰੇਟ ਕੀਤੀ ਜਾਂਦੀ ਹੈ ਚੀਜ਼ ਜੋ ਇਹ ਬਣਿਆ ਹੋਇਆ। ਨਾਲ ਜਿੱਦਾਂ ਤੁਸੀਂ ਸਟਾਰਟਿੰਗ 'ਚ ਮੈਨੂੰ ਪੁੱਛਿਆ ਨਾ ਕਿ ਮਾਂ ਦੀ ਪੂਜਾ ਅਸਲ 'ਚ ਕਿੰਨੇ ਰੂਪਾਂ 'ਚ, ਜਿੱਦਾਂ ਹੁਣ 8 ਰੂਪਾਂ 'ਚ ਕੀਤੀ ਜਾਂਦੀ ਆ। ਇਹਦੇ ਨਾਲ ਵੀ ਇੱਕ ਹੁੰਦਾ, ਇਹਨੂੰ ਕਹਿੰਦੇ ਆ ਨਿੱਤੇ ਦੇਵੀਆਂ ਕਿਹਾ ਜਾਂਦਾ ਵਾ।
ਨਿੱਤੇ ਦੇਵੀਆਂ ਹੁੰਦੀਆਂ ਵਾ ਜਦੋਂ ਕਿਸੇ ਦਾ ਬਰਥ ਹੁੰਦਾ ਵਾ, ਕਿਸੇ ਨਾ ਕਿਸੇ ਦਾ ਬਰਥ ਕਿਸੇ ਨਾ ਕਿਸੇ ਤਿਥੀ ਨੂੰ ਹੋਇਆ ਵਾ ਅਸਲ ਦੇ ਵਿੱਚ। ਤੇ ਹਰੇਕ ਤਿਥੀ ਤੇ ਜਿਹੜੀ ਵੀ ਕਿਸੇ ਜਦੋਂ ਮਾਂ ਨੇ ਕਿਸੇ ਨੇ ਜਨਮ ਦਿੱਤਾ, ਇਸ ਜਿਹੜਾ ਪੂਰਾ ਯੂਨੀਵਰਸ ਅਸਲ ਦੇ ਵਿੱਚ, ਉਸ ਨੂੰ ਜਨਮ ਦੇਣ ਵਾਲੀ ਕੋਈ ਮਾਂ ਹੈਗੀ ਆ, ਉਹਨੂੰ ਮਦਰ ਕਹਿੰਦੇ ਆ ਅਸਲ ਦੇ ਵਿੱਚ, ਜਿਹਨੇ ਜਿੱਥੋਂ ਇਹਦਾ ਸਾਰੇ ਸੰਸਾਰ ਦੀ ਰਚਨਾ ਸਟਾਰਟ ਹੋਈ ਆ। ਸੋ ਹਰੇਕ ਡੇ ਤੇ ਇੱਕ ਮਦਰ ਕਹਿ ਲਓ, ਨਿੱਤੇ ਦੇਵੀ ਕਹਿੰਦੇ ਆ ਉਹਨੂੰ ਅਸਲ ਦੇ ਵਿੱਚ। ਸੋ ਉਹਨਾਂ ਦੇਵੀਆਂ ਦੀ ਵੀ ਅਸਲ ਦੇ ਵਿੱਚ ਪੂਜਾ ਅਰਚਨਾ ਕਰਨੀ ਬਹੁਤ ਚੰਗੀ ਹੁੰਦੀ ਆ। ਜਿੱਦਣ ਤੁਹਾਡਾ ਅਸਲ 'ਚ ਜਿਹੜੀ ਤੁਹਾਡੀ ਤਿਥੀ ਨੂੰ ਜਨਮ ਹੋਇਆ ਹੈਗਾ, ਜੇ ਤੁਸੀਂ ਦੀਵਾਲੀ ਵਾਲੇ ਦਿਨ ਉਹਨਾਂ ਦੀ ਵੀ ਪੂਜਾ ਅਰਚਨਾ ਕਰੋ, ਦੈਟ ਇਜ਼ ਆਲਸੋ ਵੈਰੀ ਮਚ ਹੈਲਪਫੁਲ ਤੁਹਾਡੇ ਗ੍ਰਹਿਾਂ ਨੂੰ ਬਹੁਤ ਜ਼ਿਆਦਾ। ਕਈ ਵਾਰੀ ਲੋਕ ਕਹਿੰਦੇ ਆ ਕਿ ਸਾਡੇ ਗ੍ਰਹਿ ਸਾਨੂੰ ਨਾ ਇਫੈਕਟ ਨਹੀਂ ਦਿੰਦੇ ਹੈਗੇ, ਸਾਡੇ ਤੇ ਤਾਂ ਗੁਰੂ ਦੀ ਦਸ਼ਾ ਚੱਲੀ ਸੀ, ਸਾਡੇ ਸ਼ੁੱਕਰ ਚੱਲਿਆ ਸੀਗਾ, ਦੂਸਰੇ ਤੇ ਚੱਲਿਆ ਸੀ, ਬਹੁਤ ਵਧੀਆ ਚੱਲਿਆ, ਸਾਡੇ ਪਤਾ ਨਹੀਂ ਕੀ ਉਹ ਸੁੱਤੇ ਪਏ ਨੇ ਗ੍ਰਹਿ ਜਾਂ ਸਾਡੇ ਚੱਲਦੇ ਨਹੀਂ। ਸੋ ਨਿੱਤੇ ਦੇਵੀਆਂ ਦਾ ਵੀ ਧਿਆਨ ਕਰਨ ਨਾਲ ਕੀ ਆ, ਤੁਹਾਡੇ ਹੋਰੋਸਕੋਪ ਦੀ ਜਿਹੜੀ ਕਹ ਲਓ ਬੈਕਬੋਨ ਕਹਿੰਦੇ ਆ ਅਸਲ ਦੇ, ਜਿਹੜਾ ਸਟਰੈਂਥ ਆ, ਜਿਹਨੂੰ ਆਪਾਂ ਜਦੋਂ ਘਰ ਨੀਹਾਂ ਜਿਹਨੂੰ ਕਹਿੰਦੇ ਆ, ਉਹ ਸਟਰੋਂਗ ਹੋਣੀਆਂ ਸ਼ੁਰੂ ਹੋ ਜਾਂਦੀਆਂ। ਦੀਵਾਲੀ ਦੀ ਜਿਹੜੀ ਤੁਸੀਂ ਇੰਪੋਰਟੈਂਸ ਕਹੀ ਸੀ ਨਾ, ਦੀਵਾਲੀ ਦਾ ਐਸਟ੍ਰੋਲੋਜੀ ਨਾਲ ਕੀ ਲੈਣ ਦੇਣਾ। ਦੀਵਾਲੀ ਇੱਕ ਐਸਾ ਦਿਨ ਆ, ਇੱਦਾਂ ਦਾ ਮਤਲਬ ਕਹਿ ਲਓ ਤਿਉਹਾਰ ਕਹਿ ਲਓ, ਇੱਦਾਂ ਦਾ ਦਿਨ ਆ, ਮਤਲਬ ਇਸ ਦਿਨ ਉਹ ਚੀਜ਼ਾਂ ਤੱਕ ਹੋ ਜਾਂਦੀਆਂ ਨੇ ਜਿਹੜੀਆਂ ਸਾਰਾ ਸਾਲ ਨਹੀਂ ਕਦੇ ਹੁੰਦੀਆਂ। ਮਤਲਬ ਜਿਹੜੇ ਗ੍ਰਹਿ ਤੁਹਾਨੂੰ ਰਿਜ਼ਲਟ ਨਹੀਂ ਦਿੰਦੇ, ਉਹਨਾਂ ਗ੍ਰਹਿਾਂ ਤੋਂ ਵੀ ਰਿਜ਼ਲਟ ਲਿਆ ਜਾਂਦਾ, ਕਿਉਂਕਿ ਇਸ ਦਿਨ ਜਿਹੜੀ ਸਿੱਧੀਆਂ ਅਸਲ ਦੇ ਵਿੱਚ ਜਿਹੜੀਆਂ ਨੇ ਇੱਦਣ ਹੀ ਫਲਿਤ ਹੋਣੀਆਂ ਨੇ, ਉਹ ਤੋਂ ਬਗੈਰ ਹੋਣੀਆਂ ਨਹੀਂ ਹੈਗੀਆਂ, ਕਿਉਂਕਿ ਇਹ 3 ਦਿਨਾਂ 'ਚ ਹੁੰਦੀਆਂ। ਸਭ ਤੋਂ ਵੱਡੀ ਕਾਲ ਰਾਤਰੀ ਮੰਨੀ ਜਾਂਦੀ ਹੈ ਦੀਵਾਲੀ ਵਾਲੇ ਦਿਨ। ਸੋ ਇਹਦੇ ਵਿੱਚ ਕੀ ਆ, ਕਈ ਵਾਰੀ ਸਾਡੇ ਜਿਹੜੇ ਗ੍ਰਹਿ ਨੇ ਸਾਨੂੰ ਰਿਜ਼ਲਟ ਫॉर ਐਨੀ ਰੀਜ਼ਨ ਹੋ ਸਕਦਾ ਵਾ। ਕਈ ਵਾਰੀ ਗ੍ਰਹਿ ਮਾੜਾ ਰਿਜ਼ਲਟ ਦੇ ਰਿਹਾ ਹੋਵੇ, ਕਈ ਵਾਰੀ ਦੇ ਹੀ ਨਾ ਰਿਹਾ ਹੋਵੇ, ਕਈ ਵਾਰੀ ਹੁੰਦਾ ਇੱਕ ਸਮੂਥ ਲਾਈਨ ਹੀ ਚੱਲੀ ਜਾਂਦੀ ਆ, ਕੁਝ ਪਤਾ ਹੀ ਨਹੀਂ ਲੱਗਦਾ ਪਿਆ, ਲਾਈਫ ਕਿੰਨੇ ਸਾਲਾਂ ਤੋਂ ਇੱਕੋ ਹੀ ਰਾਹ 'ਚ ਚੱਲੀ ਜਾਂਦੀ ਆ। ਸੋ ਇਸ ਦਿਨ ਦੇ ਵਿੱਚ ਜਿਹੜੀ ਰੈਮੇਡੀ ਹੁੰਦੀ ਆ ਜਾਂ ਜਿਹੜਾ ਉਪਾਅ ਹੁੰਦਾ, ਉਹਦਾ ਡੈਫੀਨੇਟਲੀ ਰਿਜ਼ਲਟ ਆਉਣਾ 100% ਹੁੰਦਾ ਕਿ ਆਉਣਾ ਹੀ ਆਉਣਾ ਵਾ। ਤੇ ਇਹਦੇ 'ਚ ਜ਼ਿਆਦਾਤਰ ਜਿਹੜਾ ਵੀ ਕੋਈ ਉਪਾਅ ਕੋਈ ਰੈਮੇਡੀ ਕਰਦਾ, ਆਪਣੇ ਲਈ ਕਰੀਦੀ ਆ ਅਸਲ ਦੇ ਵਿੱਚ, ਕਿਉਂਕਿ ਤੁਸੀਂ ਜਦੋਂ ਦੂਸਰੇ ਲਈ ਕਰਦੇ ਹੋ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਟਾਰਟਿੰਗ ਦੇ ਵਿੱਚ, ਇੱਦਣ ਜਿਹੜੀ ਸਿੱਧੀ ਅਸਲ 'ਚ ਫਲਿਤ ਹੋਣੀ ਆ, ਤੁਸੀਂ ਜਿਹੜੀ ਕਰੋਗੇ ਆਪਦੇ ਲਈ ਕਰੋ ਅਸਲ ਦੇ ਵਿੱਚ, ਉਹ ਜ਼ਿਆਦਾ ਫਲਿਤ ਰਹੂਗਾ ਰਿਜ਼ਲਟ। ਇਹਦੇ ਨਾਲ ਕੀ ਆ, ਤੁਹਾਡੇ ਜਿਹੜੇ ਪਲੈਨਟਸ ਨੇ ਜਿਹੜੇ ਤੁਹਾਡੇ ਹੋਰੋਸਕੋਪ ਦੇ, ਉਹ ਪ੍ਰੋਪਰਲੀ ਰਿਜ਼ਲਟ ਦੇਣਾ ਸ਼ੁਰੂ ਕਰਦੇ ਆ। ਜਾਂ ਤੁਹਾਨੂੰ ਸਪੋਜ਼ ਕਈ ਵਾਰੀ ਹੋ ਸਕਦਾ ਕਿ ਪਲੈਨਟ ਦਾ ਨਹੀਂ ਰਿਜ਼ਲਟ ਆ ਰਿਹਾ, ਉਹ ਰੈਮੇਡੀ ਸਟਾਰਟ ਕਰ ਲਈਦੀ ਆ ਉਸ ਦਿਨ, ਤਾਂ ਕਿ ਉਹਦਾ ਰਿਜ਼ਲਟ ਹੋਲ ਥਰੂ ਸਾਰੇ ਸਾਲ ਸਾਨੂੰ ਆਉਂਦਾ ਰਹੇ। ਸੋ ਅੱਡ ਡਿਫਰੈਂਟ ਰੈਮੇਡੀਜ਼ ਆ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ। ਤੁਸੀਂ ਰੈਮੇਡੀਜ਼ ਦੀ ਗੱਲ ਕੀਤੀ, ਸੋ ਆਮ ਲੋਕਾਂ ਵਾਸਤੇ, ਜਰਨਲ ਲੋਕ ਜਿੱਦਾਂ ਹੋ ਗਏ, ਇਹਨਾਂ ਨੂੰ ਜਨਰਲੀ ਕੀ ਕਰਨਾ ਚਾਹੀਦਾ, ਕਿੱਦਾਂ ਦੀ ਪੂਜਾ ਕਰਨੀ ਚਾਹੀਦੀ ਹੈ, ਜੇ ਕੋਈ ਦਾਨ ਪੁੰਨ ਕਰਨਾ ਹੈ ਤਾਂ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ, ਤੇ ਉਹਦੀ ਕੀ ਟਾਈਮਿੰਗਸ ਹੁੰਦੀ ਹੈ, ਸਵੇਰ ਤੋਂ ਸ਼ੁਰੂ ਹੁੰਦੀਆਂ ਜਾਂ ਸ਼ਾਮ ਨੂੰ, ਉਹਦਾ ਕੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਕਰਨੀ ਚਾਹੀਦੀ ਹੈ, ਉਹਨੂੰ ਕਹਿੰਦੇ ਪ੍ਰੈਪਰੇਸ਼ਨ 'ਚ ਕੀ ਆ, ਸਭ ਤੋਂ ਪਹਿਲਾਂ ਤਾਂ ਜਿੱਥੇ ਵੀ ਹੋ ਤੁਸੀਂ, ਘਰ ਹੋ ਜਾਂ ਤੁਹਾਡਾ ਕੋਈ ਬਿਜ਼ਨਸ ਹੈਗਾ, ਸਭ ਤੋਂ ਪਹਿਲਾਂ ਤਾਂ ਸਾਫ਼ ਸਫਾਈ ਕਰਨੀ ਚਾਹੀਦੀ ਹੈ, ਕਿਉਂਕਿ ਮਾਂ ਲక్ష్ਮੀ ਦਾ ਵਾਸ ਕਦੇ ਵੀ ਉੱਥੇ ਨਹੀਂ ਹੁੰਦਾ ਜਿੱਥੇ ਗੰਦਗੀ ਹੈਗੀ ਆ। ਇਹ ਹਰ ਰੋਜ਼ ਦੀ ਨਹੀਂ ਕਹਿ ਰਹੇ ਹੈਗੇ ਕਿ ਹਰ ਰੋਜ਼ ਦੀ ਜਿਹੜੀ ਸਫਾਈ ਆ, ਕਈ ਹੁੰਦੀ ਆ ਸਫਾਈ, ਸਪੋਜ਼ ਤੁਹਾਡੀ ਕਬਰਡ ਹੈਗੀ ਆ, ਤੁਸੀਂ ਸਾਰਾ ਸਾਲ ਖੋਲਦੇ ਨਹੀਂ ਆ, ਕੁਝ ਕੱਪੜੇ ਐਸੇ ਪਏ ਨੇ ਜਾਂ ਕੁਝ ਕਿਤਾਬਾਂ ਐਸੀਆਂ ਪਈਆਂ ਨੇ ਜਿਹੜੀਆਂ ਮਤਲਬ ਪਈਆਂ ਨੇ, ਤੁਸੀਂ ਰੋਜ਼ ਯੂਜ਼ ਨਹੀਂ ਕਰਦੇ। ਘਰ ਦੇ ਹਰੇਕ ਕੋਨੇ ਦੀ ਇੱਕ ਵਾਰੀ ਸਫਾਈ ਜ਼ਰੂਰ ਹੋਣੀ ਚਾਹੀਦੀ ਆ, ਐਟਲੀਸਟ ਦੀਵਾਲੀ ਤੋਂ ਪਹਿਲਾਂ, ਜੇ ਕਿਸੇ ਵੀ ਤਰੀਕੇ ਦੀ ਹੋ ਸਕਦੀ ਆ। ਸੋ ਦੈਟ ਮੀਨਸ ਕਿ ਇੱਕ ਰੈਗੂਲਰ ਕਲੀਨਿੰਗ ਹੋਗੀ, ਦੀਵਾਲੀ ਨੂੰ ਆਪਾਂ ਡੀਪ ਕਲੀਨਿੰਗ ਚਾਹੀਦੀ ਆ ਅਸਲ 'ਚ ਉਸ ਦਿਨ। ਸਭ ਤੋਂ ਪਹਿਲਾਂ ਤਾਂ ਉਹ ਚੀਜ਼। ਦੂਸਰੀ ਗੱਲ, ਤੁਹਾਡੇ ਕੋਲੇ ਕੋਈ ਵੀ ਜਲ ਹੋ ਸਕਦਾ, ਜੇ ਤਾਂ ਗੰਗਾ ਜਲ ਹੋਵੇ ਉਹ ਬੈਟਰ ਆ, ਨਹੀਂ ਹੈਗਾ ਤਾਂ ਕੋਈ ਵੀ ਪਵਿੱਤਰ ਜਲ ਕਿਸੇ ਵੀ ਧਾਰਮਿਕ ਸਥਾਨ ਤੋਂ ਮਿਲ ਜਾਂਦਾ, ਲਿਆ ਕੇ ਆਪਣੇ ਸਾਰੇ ਘਰ 'ਚ ਇੱਕ ਵਾਰੀ ਛਿੜਕਾ ਕਰ ਲਓ। ਉਹਦੇ ਨਾਲ ਕੀ ਆ, ਕਲੀਨਿੰਗ ਹੋ ਜੂਗੀ, ਕਹ ਲਓ ਵੀ ਸ਼ੁੱਧ ਹੋ ਜਾਂਦਾ ਔਰਾ ਅਸਲ 'ਚ ਕਰਤਾ, ਮਤਲਬ ਤਿਆਰ ਹੋ ਜੂਗਾ ਤੁਹਾਡਾ ਦੀਵਾਲੀ ਲਈ ਘਰ। ਹੁਣ ਨੈਕਸਟ ਕੀ ਆ, ਜਿਹੜਾ ਵੀ ਟਾਈਮਿੰਗ, ਜਿੱਦਾਂ ਹੁਣ ਇਸ ਟਾਈਮ ਜਿਹੜੀ ਟਾਈਮਿੰਗ ਇਸ ਈਅਰ ਆਏਗੀ, ਹੁਣ 7 ਵਜੇ ਤੋਂ 8:30 ਵਜੇ ਸਰੀ ਟਾਈਮਿੰਗ ਹੋਏਗੀ, ਤੇ 7:30 ਤੋਂ 9 ਵਜੇ ਤੱਕ ਹੋਏਗੀ ਟੋਰਾਂਟੋ ਟਾਈਮਿੰਗ। ਸੋ ਇਨ ਬਿਟਵੀਨ ਦਿਸ ਟਾਈਮ ਅਸਲ 'ਚ ਮਾਂ ਲక్ష్ਮੀ ਜੀ ਦੀ ਪੂਜਾ ਕਰਨੀ ਹੈਗੀ ਆ। ਸੋ ਹੁਣ ਆਪਾਂ ਕਰ ਰਹੇ ਹਾਂ ਅਸਲ 'ਚ ਪਲੈਨਟ ਦਾ ਰਿਜ਼ਲਟ ਕਿੱਦਾਂ ਆਉਣਾ। ਜਿਹੜੀ ਨਾਰਮਲ ਰੈਮੇਡੀ ਹੈਗੀ, ਫਲ ਫਰੂਟ ਰੱਖਣੇ ਆ ਜਾਂ ਜਿਹੜੀ ਜੋ ਵੀ ਹੈਗਾ, ਉਹ ਤਾਂ ਰੈਗੂਲਰ ਕਰਨੀ ਆ ਮਾਂ ਲక్ష్ਮੀ ਦੀ। ਹੁਣ ਸਿਰਫ ਇਹ ਵੀ ਹੁਣ ਪਲੈਨਟ ਦਾ ਕਿੱਦਾਂ ਰਿਜ਼ਲਟ ਲੈਣਾ। ਇੱਕ ਹੁੰਦਾ ਸਤਨਾਜਾ ਕਿਹਾ ਜਾਂਦਾ ਅਸਲ 'ਚ, 7 ਅਨਾਜ, 7 ਤਰ੍ਹਾਂ ਦੇ ਅਨਾਜ ਹੁੰਦੇ ਆ। ਮਾਂ ਲక్ష్ਮੀ ਦੇ ਇੱਕ ਮੁੱਠੀ ਲੈ ਕੇ ਨਾ ਮਾਂ ਲక్ష్ਮੀ ਦੇ ਅੱਗੇ ਰੱਖ ਦੇਣੀ, ਜਿਹੜੀ ਵੀ ਤੁਹਾਡੀ ਪੂਜਾ ਦੀ ਸਮੱਗਰੀ ਆ ਉਹਦੇ ਬਰਾਬਰ।
ਸੋ ਬਾਅਦ ਦੇ ਵਿੱਚ ਸਵੇਰੇ ਉੱਠ ਕੇ ਉਹੀ ਸਤਨਾਜਾ ਚੱਕਣਾ ਆ, ਉਹੀ ਸਤਨਾਜੇ ਨੂੰ 1.25 ਕਿਲੋ ਸਤਨਾਜਾ ਹੋ ਸਕਦਾ, 2.25 ਕਿਲੋ ਹੋ ਸਕਦਾ, 3.25 ਕਿਲੋ, 1.25 ਕਿਲੋ ਤੋਂ ਉੱਪਰ ਲੈਣਾ ਵਾ ਅਸਲ ਦੇ ਵਿੱਚ। ਉਹਨੂੰ ਉਹਦੇ 'ਚ ਮਿਲਾ ਕੇ ਹਰ ਰੋਜ਼ 11 ਦਿਨਾਂ ਜਾਂ 21 ਦਿਨਾਂ ਦੇ ਵਿੱਚ ਪੰਛੀਆਂ ਨੂੰ ਅਸਲ 'ਚ ਫੀਡ ਕਰ ਦੇਣਾ। ਇਹਨੂੰ ਕਹਿੰਦੇ ਆ ਅਸਲ 'ਚ ਨੇਚਰ ਨਾਲ ਅਸੀਂ ਕਨੈਕਟ ਕਰਦੇ ਪਏ ਆ, ਜਿਹੜੇ ਪਲੈਨਟਸ ਨੇ ਅਸਲ। ਇਹਦੇ ਨਾਲ ਫਾਇਦਾ ਕੀ ਹੋਊਗਾ, ਜਿਹੜੇ ਵੀ ਤੁਹਾਡੇ ਹੋਰੋਸਕੋਪ ਦੇ ਪਲੈਨਟ ਨੇ, ਚੰਗੇ ਨੇ ਮਾੜੇ ਨੇ, ਨਹੀਂ ਰਿਜ਼ਲਟ ਦੇ ਰਹੇ, ਇਟ ਵਿਲ ਸਟਾਰਟ ਗਿਵਿੰਗ ਯੂ ਰਿਜ਼ਲਟ। ਕਈ ਵਾਰੀ ਹੁੰਦਾ ਪਲੈਨਟ ਸੁੱਤੇ ਪਏ ਨੇ, ਰਿਜ਼ਲਟ ਨਹੀਂ ਦੇ ਰਹੇ, ਇਹਦੇ ਨਾਲ ਰਿਜ਼ਲਟ ਦੇਣਾ ਸਟਾਰਟ ਕਰਨਗੇ। ਸੈਕੰਡ ਥਿੰਗ, ਤੁਹਾਡੇ ਹੋਰੋਸਕੋਪ ਦੇ ਅਕੋਰਡਿੰਗਲੀ ਹਰੇਕ ਨੂੰ ਆਪਣਾ ਅਸੈਂਡੈਂਟ ਪਤਾ ਹੁੰਦਾ, ਸਾਡਾ ਲਗਨ ਕੀ ਹੈਗਾ। ਸਪੋਜ਼ ਕੋਈ ਏਰੀਜ਼ ਅਸੈਂਡੈਂਟ ਆ, ਕੋਈ ਟੌਰਸ ਆ, ਕੋਈ ਜੈਮਨਾਈ ਆ, ਕੋਈ ਕੈਂਸਰ ਆ। ਅਕੋਰਡਿੰਗ ਟੂ देयर ਲਗਨ ਅਸੈਂਡੈਂਟ ਸਾਈਨ, ਸਪੋਜ਼ ਜਿੱਦਾਂ ਏਰੀਜ਼ ਆ ਰੈੱਡ ਕਲਰ ਪਾਊਗਾ, ਟੌਰਸ ਹੈਗਾ ਉਹ ਚਮਕੀਲੇ ਕੱਪੜੇ ਪਾਊਗਾ, ਜੈਮਨਾਈ ਹੈਗਾ ਗ੍ਰੀਨ ਕਲਰ ਦੇ ਕੱਪੜੇ ਪਾਊ, ਕੈਂਸਰ ਹੈਗਾ ਵਾਈਟ ਕਲਰ ਦੇ ਕੱਪੜੇ ਪਾਊ। ਸੋ ਅਕੋਰਡਿੰਗ ਟੂ देयर ਅਸੈਂਡੈਂਟ ਲਾਰਡ, ਜਿੱਦਾਂ ਜੁਪੀਟਰ ਦੇ ਅਸੈਂਡੈਂਟ ਦੇ ਹੋਣਗੇ ਉਹ ਯੈਲੋ ਕਲਰ ਪਾਉਣਗੇ, ਮਰਕਰੀ ਦੇ ਨੇ ਉਹ ਗ੍ਰੀਨ ਕਲਰ ਦੇ। ਸੇਮ ਕਲਰ ਦੇ ਕੱਪੜਿਆਂ ਨੂੰ ਕੋਸ਼ਿਸ਼ ਕਰੋ ਪੂਜਾ ਦੇ ਡਿਊਰਿੰਗ ਪਾਉਣਾ ਵਾ, ਜਾਂ ਜੇ ਜ਼ਿਆਦਾ ਪੋਸੀਬਲ ਆ ਹੋਲ ਡੇ ਪਾ ਕੇ ਰੱਖੋ। ਇਹਦੇ ਨਾਲ ਵੀ ਜਿਹੜਾ ਉਸ ਗ੍ਰਹਿ ਦਾ ਜਿਹੜਾ ਰਿਜ਼ਲਟ ਆ ਤੁਹਾਡੀ ਬਾਡੀ ਦੇ ਵਿੱਚ ਜ਼ਿਆਦਾ ਆਉਣਾ ਸ਼ੁਰੂ ਹੋ ਤੇ ਤੁਹਾਨੂੰ ਚੰਗਾ ਰਿਜ਼ਲਟ ਮਿਲਣਾ ਸਟਾਰਟ ਹੋਊਗਾ। ਇਹ ਸੈਕੰਡ ਰੈਮੇਡੀ ਕਰ ਸਕਦੇ ਆ। ਥਰਡ ਜਿਹੜੀ ਚੀਜ਼ ਹੋ ਸਕਦੀ ਹੈ, ਇੱਕ ਉਹਨੂੰ ਕਹਿੰਦੇ ਸ਼੍ਰੀ ਯੰਤਰ ਲੈਣਾ। ਸ਼੍ਰੀ ਯੰਤਰ ਦਾ ਵੀ ਪ੍ਰਭਾਵ ਬਹੁਤ ਅੱਛਾ ਮੰਨਿਆ ਗਿਆ। ਯੰਤਰਾਂ ਦੇ ਵਿੱਚ ਸਭ ਤੋਂ ਟੌਪ ਤੇ ਮੰਨਿਆ ਜਾਂਦਾ ਵਾ ਸ਼੍ਰੀ ਯੰਤਰ, ਜਿਹੜਾ ਸਾਡੇ ਘਰ ਦੇ ਵਿੱਚ ਜਾਂ ਕੰਮ ਦੇ ਵਿੱਚ ਲਾਉਣ ਲਈ ਬੜਾ ਵਧੀਆ। ਇਹ ਪ੍ਰੋਸਪੈਰਿਟੀ ਤੇ ਗਰੋਥ ਲਿਆਉਂਦਾ ਸਾਡੀ ਲਾਈਫ ਦੇ ਵਿੱਚ। ਕਿਸੇ ਵੀ ਤਰੀਕੇ ਦੀ ਗਰੋਥ ਹੋ ਸਕਦੀ ਹੈ ਤੁਹਾਡੀ, ਕੰਮ ਨਹੀਂ ਚੱਲ ਰਿਹਾ ਤੁਹਾਡਾ ਜਾਂ ਪੈਸੇ ਨਹੀਂ ਆ ਰਹੇ ਤੁਹਾਨੂੰ, ਕਿਸੇ ਵੀ ਤਰੀਕੇ ਦੇ ਹੋ ਸਕਦੇ ਆ। ਸ਼੍ਰੀ ਯੰਤਰ ਨੂੰ ਲਿਆਉਣ ਦਾ ਤਰੀਕਾ ਕੀ ਆ, ਹੋ ਸਕਦਾ ਦੀਵਾਲੀ ਤੋਂ ਪਹਿਲਾਂ ਲੈ ਕੇ ਆਓ ਇਹਨੂੰ। ਇੱਕ ਦਿਨ ਫਲਾਂ ਦੇ ਵਿੱਚ, ਇੱਕ ਦਿਨ ਫੁੱਲ ਦੇ ਵਿੱਚ, ਇੱਕ ਦਿਨ ਅੰਨ ਦੇ ਵਿੱਚ, 3 ਦਿਨ ਕੰਟੀਨਿਊਸਲੀ ਰੱਖੀਦਾ। ਜੇ ਸਪੋਜ਼ ਤੁਹਾਡੇ ਕੋਲ ਦਿਨ ਨਹੀਂ ਹੈਗੇ, ਫਿਰ ਸੇਮ ਦੀਵਾਲੀ ਵਾਲੇ ਦਿਨ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਰੱਖਣਾ ਚਾਹੀਦਾ ਵਾ। ਤੇ ਇਹਨੂੰ ਅਸਲ ਦੇ ਵਿੱਚ ਜਦੋਂ ਤੁਹਾਡੀ ਪੂਜਾ ਫਿਨਿਸ਼ ਹੋ ਗਈ ਆ, ਫਿਨਿਸ਼ ਹੋਣ ਤੋਂ ਬਾਅਦ 108 ਵਾਰ ਮਾਂ ਲక్ష్ਮੀ ਦੇ ਮੰਤਰਾਂ ਦਾ ਜਾਪ ਕਰ ਲਓ ਸ਼੍ਰੀ ਯੰਤਰ ਤੇ। ਇਹਦੇ ਨਾਲ ਕੀ ਹੋਏਗਾ, ਤੁਹਾਡਾ ਉਹ ਯੰਤਰ ਐਕਟੀਵੇਟ ਹੋ ਜਾਊਗਾ ਤੁਹਾਡੇ 1 ਸਾਲ ਦੇ ਪੀਰੀਅਡ ਲਈ, ਜਿੱਥੇ ਵੀ ਤੁਸੀਂ ਲਾਉਣਾ ਹੈਗਾ। ਮਾਂ ਲక్ష్ਮੀ ਦੇ ਮੰਤਰ ਬੜੇ ਈਜ਼ੀਲੀ ਅਵੇਲੇਬਲ ਹੈਗੇ ਆ, ਜਿਹੜਾ ਮਰਜ਼ੀ। ਜੇ ਸੌਖੇ ਤੋਂ ਸੌਖਾ ਲੈਣਾ ਵਾ, ਓਮ ਮਹਾਲక్ష్ਮੀ ਨਮਾ, ਇਹ ਸੌਖੇ ਤੋਂ ਸੌਖਾ ਮੰਤਰ ਆ। ਬਾਕੀ ਹੋਰ ਵੀ ਕਈ ਮੰਤਰ ਨੇ, ਜੇ ਨਹੀਂ ਆਉਂਦਾ ਤਾਂ ਸਿੰਪਲ ਇਹ ਮੰਤਰ ਪੜਿਆ ਜਾ ਸਕਦਾ ਤੇ ਰਿਜ਼ਲਟ ਦਊਗਾ ਇਹ। ਤੇ ਸੇਮ ਇਹੀ ਯੰਤਰ ਨੂੰ ਪੜ੍ਹ ਕੇ ਉੱਥੇ ਹੀ ਰੱਖਣਾ ਹੈ ਜਿੱਥੇ ਤੁਹਾਡੀ ਪਾਠ ਪੂਜਾ ਹੋ ਰਹੀ ਆ। ਸਾਰੀ ਰਾਤ ਉੱਤੇ ਯੰਤਰ ਪਿਆ ਹੋਣਾ ਚਾਹੀਦਾ। ਸਵੇਰੇ ਉੱਠ ਕੇ ਉਸੇ ਯੰਤਰ ਨੂੰ ਚੱਕ ਕੇ ਆਪਣੀ ਨਾਰਥ ਵਾਲ ਤੇ ਜਾਂ ਈਸਟ ਵਾਲ ਤੇ ਲਾ ਲਓ ਤੇ ਉਹਦੀ ਹਰ ਰੋਜ਼ ਧੂਫ ਅਗਰਬੱਤੀ ਹੋਣੀ ਚਾਹੀਦੀ ਆ ਤੇ ਨਮਸਕਾਰ ਹੋਣਾ ਚਾਹੀਦਾ ਉਸ ਨੂੰ। ਉਹ ਤੁਹਾਨੂੰ ਸਾਰਾ ਸਾਲ એનર્ਜੀ ਫੀਲਡ ਦਿੰਦਾ ਰਹੂਗਾ। ਸੋ ਮੇਨ ਇਹ ਚੀਜ਼। ਦੂਜੀ ਗੱਲ, ਤੁਸੀਂ ਸ਼੍ਰੀ ਯੰਤਰ ਦੀ ਗੱਲ ਕੀਤੀ, ਚਲੋ ਇੰਡੀਆ ਦੀ ਗੱਲ ਅਲੱਗ ਹੈ, ਅਸੀਂ ਕੈਨੇਡਾ ਦੇ ਵਿੱਚ ਉਹਨੂੰ ਕਿੱਥੋਂ ਲੱਭ ਸਕਦੇ ਹਾਂ ਜਾਂ ਕਿੱਥੋਂ ਮਿਲੂਗਾ ਸਾਨੂੰ? ਦੇਖੋ ਨਾਰਮਲੀ ਆਮ ਜੇ ਕਿਸੇ ਨੂੰ ਐਸਟ੍ਰੋਲੋਜਰ ਕੋਈ ਲਾਗੇ ਤਾਗੇ ਆ ਉਹਨਾਂ ਕੋਲੇ ਅਵੇਲੇਬਲ ਹੁੰਦਾ ਵਾ, ਨਹੀਂ ਤਾਂ ਫਿਰ ਇੰਡੀਆ ਤੋਂ ਕਿਤੋਂ ਮੰਗਾ ਲਓ ਜਾਂ ਆਨਲਾਈਨ ਅਵੇਲੇਬਲ ਹੁੰਦੇ ਆ। ਮੇਨ ਆਨਲਾਈਨ ਜੈਨੂਨ ਨੇ? ਨਹੀਂ, ਆਨਲਾਈਨ ਇਹ ਤਾਂ ਹੈ ਵੀ ਜੈਨੂਨ ਨਹੀਂ ਹੁੰਦੇ। ਕੋਈ ਨਾ ਕੋਈ ਕਿਸੇ ਐਸਟ੍ਰੋਲੋਜਰ ਕੋਲ ਲਓ ਜ਼ਿਆਦਾ, ਕਿਉਂਕਿ ਜਿਸ ਕਾ ਕਾਮ ਉਸੀ ਕੋ ਸਾਜੇ, ਕਿਉਂਕਿ ਉਹਨਾਂ ਨੂੰ ਪਤਾ ਵਾ। ਕਿਉਂਕਿ ਇਹਨਾਂ ਦੇ ਵਿੱਚ ਨਾ ਮੈਟਲ ਦਾ ਬਹੁਤ ਜ਼ਿਆਦਾ ਹੁੰਦਾ ਵਾ ਕਿ ਕਿਹੜੀ ਮੈਟਲ ਤੇ ਬਣਿਆ, ਕਿੱਦਾਂ ਦੀਆਂ ਰੇਖਾਵਾਂ ਬਣੀਆਂ, ਕਿਉਂਕਿ ਉਹੀ ਮੈਟਰ ਕਰਦਾ ਵਾ। ਮੇਨ ਤਾਂ ਜਿਹੜਾ ਅਸਲ ਦੇ ਵਿੱਚ ਜਿਹੜਾ ਯੰਤਰ ਹੁੰਦਾ ਵਾ ਉਹਨੂੰ ਭੋਜ ਪੱਤਰ ਤੇ ਬਣਦਾ ਵਾ, ਜਿਹੜਾ ਹੱਥ ਨਾਲ ਬਣਾਇਆ ਜਾਂਦਾ, ਉਹ ਅਸਲ 'ਚ ਰਿਜ਼ਲਟ ਦਿੰਦਾ। ਪਰ ਹੁਣ ਮੈਟਲਸ ਤੇ ਆ ਗਿਆ, ਮੈਟਲਸ ਵੀ ਕੰਮ ਕਰਦੀਆਂ ਨੇ, ਪਰ ਭੋਜ ਪੱਤਰ ਤੇ ਬਣ ਜੇ ਤਾਂ ਜ਼ਿਆਦਾ ਬੈਟਰ ਆ। ਪਰ ਉਹਨੂੰ ਅਸਲ 'ਚ ਬਣਾਉਣ ਲਈ ਕੋਈ ਮਤਲਬ ਸਿੱਖਿਆ ਹੋਇਆ ਮਾਸਟਰ ਬੰਦਾ ਚਾਹੀਦਾ, ਕਿਉਂਕਿ ਯੰਤਰ ਨੂੰ ਕੋਈ ਆਮ ਨਹੀਂ ਹੈਗਾ ਵੀ ਭੋਜ ਪੱਤਰ ਦਿੱਤਾ ਤੇ ਕਿਸੇ ਨੇ 4 ਲੀਕਾਂ ਬਣਾਤੀਆਂ ਤੇ ਯੰਤਰ ਬਣ ਜਾਊ। ਉਹਨੇ ਕੁਛ ਨਹੀਂ ਕਰਨਾ। ਇਟ ਹੈਜ਼ ਟੂ ਬੀ ਸਿੱਧ ਕਰਨਾ ਹੁੰਦਾ ਸਿੱਧ ਵੀ 31 ਦਿਨਾਂ 41 ਦਿਨਾਂ ਦੇ ਵਿੱਚ ਉਹ ਪੂਰਾ ਇੱਕ ਪ੍ਰੋਸੈਸ ਆ ਕੇ ਉਸ ਬੰਦੇ ਨੂੰ ਸਿੱਧ ਕਰਨਾ ਪੈਣਾ, ਫਿਰ ਉਹ ਅਸਲ 'ਚ ਰਿਜ਼ਲਟ ਦਿੰਦਾ ਹੈ। ਸਰੀ 'ਚ ਮਿਲ ਸਕਦਾ ਉਹ ਜਾਂ ਕਿਸੇ ਨੂੰ ਯੈਸ ਉਹ ਕੋਈ ਬੰਦਾ ਜਿਹਨੂੰ ਨੌਲੇਜ ਆ ਅਸਲ 'ਚ ਉਹ ਕਰੂ। ਇਹ ਨਹੀਂ ਵੀ ਜਿਹੜਾ ਮਰਜ਼ੀ ਉੱਠ ਕੇ ਕਹਿ ਦੂਗਾ ਵੀ ਮੈਂ ਯੰਤਰ, ਉਹ ਨਹੀਂ ਹੋਣੀ ਚੀਜ਼, ਉਹ ਚੀਜ਼। ਦੂਜੀ ਇੱਕ ਪ੍ਰਥਾ ਕਹਿ ਲਓ ਜਾਂ ਆਪਾਂ ਕਰਦੇ ਆ, ਘਰਾਂ ਦੇ ਬੂਹੇ ਖੋਲ ਕੇ ਰੱਖਦੇ ਆ, ਆਪਾਂ ਦਰਵਾਜ਼ੇ ਖੋਲ ਕੇ ਰੱਖਦੇ ਆ, ਉਹਦਾ ਵੀ ਕੋਈ ਸਿਗਨੀਫੀਕੈਂਸ ਹੈ? ਯੈਸ, ਜਿੱਦਾਂ ਮੈਂ ਦੱਸਿਆ, ਇੱਕ ਨਾ ਇਹ ਇੱਕ ਭਾਵ ਆ ਅਸਲ ਦੇ ਵਿੱਚ ਸਾਡੇ ਅੰਦਰ, ਅਸਲ ਦੇ ਵਿੱਚ ਕਿ ਮਾਂ ਦਾ ਅਸਲ ਦੇ ਵਿੱਚ ਮਾਂ ਲక్ష్ਮੀ ਅਸਲ ਦੇ ਵਿੱਚ ਇੱਕ ਊਰਜਾ ਸ਼ਕਤੀ ਆ ਅਸਲ ਦੇ ਵਿੱਚ। ਇਦਾਂ ਦਾ ਨਹੀਂ ਹੈਗਾ ਕਿ ਮਾਂ ਲక్ష్ਮੀ ਕੋਈ ਪ੍ਰੈਜ਼ੈਂਟ ਹੋ ਕੇ ਆਉਂਦੀ ਹੈ, ਇਦਾਂ ਦੀ ਗੱਲ ਨਹੀਂ। ਉਹ ਹੈ ਕਿ ਜਿਸ ਤਰੀਕੇ ਦਾ ਅਸੀਂ ਥਿੰਕ ਕਰਦੇ ਹਾਂ ਉਸ ਤਰੀਕੇ ਦੀਆਂ ਚੀਜ਼ਾਂ ਹੈਪਨ ਹੋਣੀਆਂ ਸ਼ੁਰੂ ਹੁੰਦੀਆਂ ਨੇ।
ਅਸਲ ਦੇ ਵਿੱਚ ਉਹ ਇੱਕ ਸਿੰਬੋਲਿਕ ਅਸਲ ਦੇ ਵਿੱਚ ਚੀਜ਼ ਆ, ਚਿੰਨ੍ਹ ਆ ਅਸਲ ਦੇ ਵਿੱਚ, ਕਿ ਸਾਡੇ ਮਾਂ ਸਾਡੇ ਘਰੇ ਵੀ ਆਈ ਆ, ਉਹ ਤੁਹਾਡੇ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਇਫੈਕਟ ਕਰਦੀ ਆ, ਕਿ ਸਾਡੇ ਘਰ 'ਚ ਵੀ ਅਸਲ ਦੇ ਵਿੱਚ ਮਾਂ ਦਾ ਪਹਿਰਾ ਵਾ ਅਸਲ ਦੇ ਵਿੱਚ। ਸੋ ਉਸ ਲਈ ਉਹ ਚੀਜ਼ ਸਿੰਬੋਲਿਕ ਬਣੀ ਹੋਈ ਆ। ਕੁਛ ਰੀਤੀ ਰਿਵਾਜਾਂ ਨੇ ਜਿਹੜੀਆਂ ਸੁਸਾਇਟੀ ਦੇ ਵਿੱਚ ਚੱਲਿਤ ਨੇ, ਉਹ ਚੀਜ਼ਾਂ ਫੋਲੋ ਅਪ ਹੋ ਰਹੀਆਂ ਨੇ ਅਸਲ 'ਚ। ਜਿੱਦਾਂ ਰੰਗੋਲੀ ਬਣਾਈ ਦੀ ਆ, ਰੰਗਾਂ ਦਾ ਵੀ ਅਸਲ 'ਚ, ਔਰ ਰੰਗੋਲੀ ਦਾ ਵੀ ਇਹੀ ਕਨਸੈਪਟ ਆ ਕਿ ਅਸਲ 'ਚ ਪਲੈਨਟਸ ਦੀ એનર્ਜੀ ਨੂੰ ਅਸਲ 'ਚ ਉਹ ਬਣਾਇਆ ਵੀ ਉਹਨੂੰ ਮੇਨ ਗੇਟ ਦੇ ਮੂਹਰੇ ਜਾਂਦਾ ਵਾ, ਕਿਉਂਕਿ ਮੇਨ ਗੇਟ 'ਚ ਅਸਲ 'ਚ ਬਣਾਇਆ ਕਿਉਂ ਜਾਂਦਾ ਕਿ ਸਾਡੇ ਜਿਹੜੇ ਜਿੰਨੇ ਵੀ, ਕਿਉਂਕਿ ਅੱਡ ਅੱਡ ਕਲਰਸ ਹੁੰਦੇ ਆ ਅਸਲ ਦੇ ਵਿੱਚ, ਕਲਰਸ ਵੀ ਸਾਡੇ ਅਸਲ 'ਚ ਗ੍ਰਹਿਾਂ ਦੇ ਰੰਗ ਨੇ, ਕਿ ਸਾਡੇ ਜਿਹੜੇ ਸਮਸਤ ਗ੍ਰਹਿ ਨੇ ਅਸਲ ਦੇ ਵਿੱਚ ਉਹ ਐਕਟੀਵੇਟ ਹੋ ਕੇ ਰਿਜ਼ਲਟ ਦੇਣ ਸਾਨੂੰ। ਇਸ ਲਈ ਉਹ ਰੰਗੋਲੀ ਰੰਗਾਂ ਦਾ ਅਸਲ ਦੇ ਵਿੱਚ ਯੂਜ਼ ਕੀਤਾ ਜਾਂਦਾ। ਸੋ ਮੇਨ ਕਨਸੈਪਟ ਅਸਲ 'ਚ ਉਹ ਹੁੰਦਾ ਹੈ। ਸੋ ਸਤਿੰਦਰ ਜੀ, ਇੱਕ ਲੋਕ ਬਹੁਤ ਕੁਐਸਚਨ ਕਰਦੇ ਨੇ ਕਿ ਜਦੋਂ ਵੀ ਦੀਵਾਲੀ ਦਾ ਟਾਈਮ ਹੋਵੇ, ਇੱਦਾਂ ਤਿਉਹਾਰਾਂ ਦਾ ਟਾਈਮ ਹੋਵੇ, ਉਹਨਾਂ ਨੂੰ ਨੈਗੇਟਿਵਿਟੀ ਫੀਲ ਹੁੰਦੀ ਹੈ। ਇਹ ਕੀ ਗੱਲ ਹੁੰਦੀ ਹੈ ਕਿ ਉਹਨਾਂ ਨੂੰ ਇੱਦਾਂ ਕਿਉਂ ਫੀਲ ਹੁੰਦਾ? ਦੇਖੋ, ਮੇਨ ਨਾਰਮਲੀ ਇਹਨੂੰ ਗ੍ਰਹਿਾਂ ਦਾ ਹੀ ਪ੍ਰਭਾਵ ਕਹਿੰਦੇ ਆ, ਕਿ ਕਿਸੇ ਨਾ ਕਿਸੇ ਗ੍ਰਹਿ ਦੀ ਦਸ਼ਾ ਚੱਲੀ ਹੋਣੀ ਹੈ, ਜਾਂ ਕਹਿ ਲਓ ਵੈਸੇ ਹੀ ਕਈ ਜਣੇ ਨੈਗੇਟਿਵ એનર્ਜੀ, ਵਾਸਤੂ ਦੋਸ਼ ਹੁੰਦਾ ਕਈ ਵਾਰੀ, ਘਰਾਂ ਦਾ ਕਹਿ ਲਓ ਸਟਰਕਚਰ ਪ੍ਰੋਪਰ ਨਹੀਂ ਹੈਗਾ। ਸੋ ਉਸ ਦੀ ਵਜ੍ਹਾ ਸਮ ਹਾਊ ਅਦਰ ਰੀਜ਼ਨਸ ਕਈ ਵਾਰੀ ਨੈਗੇਟਿਵਿਟੀ ਅਸਲ 'ਚ ਫੀਲ ਕਰਦੇ ਨੇ ਕਈ ਲੋਕ, ਜਾਂ ਕੋਈ ਵੀ ਹੋ ਸਕਦਾ ਰੀਜ਼ਨ ਕਿ ਨੈਗੇਟਿਵ ਫੀਲ ਹੋ ਰਿਹਾ ਵਾ। ਉਹਦੇ 'ਚ ਦੀਵਾਲੀ ਦੇ ਉੱਤੇ ਅਸੀਂ ਕੀ ਕਰ ਸਕਦੇ? ਜਦੋਂ ਦੀਵਾਲੀ ਦੇ ਉੱਤੇ ਕੀਤਾ ਆਪਾਂ ਅਸਲ 'ਚ ਅਚੂਕ ਆ, ਅਸਲ 'ਚ ਪਰਮਾਨੈਂਟ ਆ, ਉਹਦਾ ਹੱਲ ਨਹੀਂ ਅਸਲ ਦੇ ਵਿੱਚ। ਉਹ ਜਿਹੜਾ ਵੀ ਕੀਤਾ, ਚਾਹੇ ਨੈਗੇਟਿਵ ਹੋਇਆ ਚਾਹੇ ਪੋਜ਼ਿਟਿਵ ਹੋਇਆ, ਉਹ ਪਰਮਾਨੈਂਟ ਆ ਅਸਲ ਦੇ ਵਿੱਚ। ਸੋ ਉਹਦੇ 'ਚ ਇੱਕ ਕੀਤਾ ਜਾ ਸਕਦਾ, ਉਹਨੂੰ ਕਹਿੰਦੇ ਆ ਕਿ ਇਲਾਇਚੀ ਹੁੰਦੀ ਆ ਜਿਹੜੀ ਵੱਡੀ ਇਲਾਇਚੀ ਜਿਹੜੀ ਹੁੰਦੀ ਆ, ਉਹਨੂੰ 21 ਇਲਾਇਚੀਆਂ ਲੈ ਲਓ, 31 ਲੈ ਲਓ, ਚਾਹੇ 108 ਲੈ ਲਓ, ਉਹਨੂੰ ਉਨੀ ਕਾਊਂਟਿੰਗ 'ਚ ਲੈ ਲੈਣਾ ਵਾ। ਉਹਨੂੰ ਜਿੱਦਾਂ ਧਾਗੇ 'ਚ ਪਰੋਈ ਦਾ ਨਾ ਹਾਰ ਵਾਂਗੂ ਬਣਾ ਲੈਣਾ ਆ। ਉਸੇ ਹਾਰ ਨੂੰ ਜਦੋਂ ਤੁਹਾਡੀ ਪੂਜਾ ਫਿਨਿਸ਼ ਹੋਈ ਆ, ਜਾਂ ਪੂਜਾ ਦੇ ਡਿਊਰਿੰਗ ਤੁਸੀਂ ਮਾਤਾ ਜੀ ਦੇ ਜਿੱਥੇ ਵੀ ਮੂਰਤੀ ਰੱਖੀ ਆ, ਮਾਤਾ ਜੀ ਦੇ ਗਲੇ 'ਚ ਪਾ ਲੈਣਾ ਅਸਲ ਦੇ ਵਿੱਚ, ਜਾਂ ਮਾਤਾ ਜੀ ਦੇ ਅੱਗੇ ਰੱਖ ਦਿਓ, ਤੇ ਆਪਣੀ ਪੂਜਾ ਪੂਰੀ ਫਿਨਿਸ਼ ਕਰਕੇ ਜੋ ਪਾਠ ਪੂਜਾ ਕਰਦੇ ਹੋ ਸਾਰੀ ਰਾਤ ਉੱਤੇ ਪਿਆ ਰਹਿਣ ਦੇਣਾ ਵਾ। ਤੇ ਸਵੇਰੇ ਉੱਠ ਕੇ ਉਹੀ ਚੱਕਣਾ, ਤੇ ਉਹਨੂੰ ਘਰੇ ਨਹੀਂ ਰੱਖਣਾ, ਉਹਨੂੰ ਕਿਤੇ ਵੀ ਫਲੋਇੰਗ ਵਾਟਰ 'ਚ ਰੱਖ ਦੇਣਾ, ਜੋ ਤਾਰ ਦੇਣਾ ਪੰਜਾਬੀ 'ਚ ਕਹਿੰਦੇ ਆ। ਉਹਦੇ ਨਾਲ ਕੀ ਹੋਊਗਾ, ਤੁਹਾਡੀ ਜਿਹੜੀ ਵੀ ਘਰ ਦੀ ਨੈਗੇਟਿਵ એનર્ਜੀ ਆ, ਜਾਂ ਤੁਸੀਂ ਨੈਗੇਟਿਵ ਫੀਲ ਕਰਦੇ ਹੋ, ਕੁਝ ਵੀ ਹੈਗਾ ਵਾ ਤੁਹਾਡੇ ਤੇ, ਕੋਈ ਭੂਤ ਆ, ਕੁਝ ਵੀ ਸਮਥਿੰਗ, ਕੁਝ ਵੀ ਹੋ ਸਕਦਾ, ਉਹ ਚੀਜ਼ਾਂ ਅਸਲ 'ਚ ਨੈਗੇਟਿਵਲੀ ਚਲੀਆਂ ਜਾਣਗੀਆਂ ਬਾਹਰ। ਮੇਨ ਇਹ ਚੀਜ਼ ਹੈਗੀ ਆ। ਇੱਕ ਸੈਕੰਡ ਥਿੰਗ ਹੁੰਦੀ ਆ, ਉਹਨੂੰ ਕਹਿੰਦੇ ਆ ਕਪੂਰ। ਅਸਲ ਦੇ ਵਿੱਚ ਕਪੂਰ, ਇੱਕ ਲੌਂਗ ਤੇ ਇੱਕ ਇਲਾਇਚੀ, ਇਹਨੂੰ ਕਪੂਰ ਨੂੰ ਜਲਾ ਲੈਣਾ ਅਸਲ ਦੇ ਵਿੱਚ। ਕਪੂਰ ਵੈਸੇ ਵੀ ਜਿਹੜਾ ਵਾ ਕਲੀਨਜ਼ਿੰਗ ਲਈ ਮੰਨਿਆ ਜਾਂਦਾ। ਜਦੋਂ ਕਪੂਰ ਚਲਾਉਂਦੇ ਆ ਕਿ ਦੇਵੀ ਜਿਹੜੀਆਂ ਸ਼ਕਤੀਆਂ ਨੇ ਉਹ ਜ਼ਿਆਦਾ ਆਕਰਸ਼ਿਤ ਹੁੰਦੀਆਂ ਨੇ, ਨੈਗੇਟਿਵਿਟੀ ਦੂਰ ਚਲੀ ਜਾਂਦੀ ਹੈ ਜਦੋਂ ਕਪੂਰ ਚੱਲਦਾ ਵਾ। ਕਪੂਰ ਦੇ ਵਿੱਚ ਲੌਂਗ ਤੇ ਇਲਾਇਚੀ ਪਾ ਕੇ ਜਲਾ ਦੇਣਾ ਅਸਲ ਦੇ ਵਿੱਚ ਉਹ। ਤੇ ਜਿੰਨਾ ਚਿਰ ਉਹ ਕਪੂਰ ਚੱਲਦਾ ਪਿਆ, ਕੋਸ਼ਿਸ਼ ਕਰੋ 108 ਵਾਰੀ ਮਾਤਾ ਜੀ ਦਾ ਜਿਹੜਾ ਮੰਤਰ ਦਾ, ਜਿਹੜਾ ਵੀ ਓਮ ਮਹਾਲక్ష్ਮੀ ਨਮਾ ਜੇ ਬੋਲ ਰਹੇ ਹੋ, 108 ਵਾਰੀ ਚੈਂਟ ਕਰ ਦਿਓ ਅਸਲ ਦੇ ਵਿੱਚ। ਜਿੰਨੀ ਤੁਹਾਡੀ ਨੈਗੇਟਿਵ એનર્ਜੀ ਆ, ਸਾਰਾ ਕੁਝ ਫਿਨਿਸ਼ ਹੋ ਜਾਊਗਾ। ਆਹ ਚੀਜ਼ ਕਰ ਲਓ ਅਸਲ ਦੇ ਦੀਵਾਲੀ ਵਾਲੇ, ਕਿ ਤੇ ਪੱਕਾ ਇਲਾਜ ਆ ਅਸਲ ਦੇ ਵਿੱਚ। ਮਤਲਬ ਇਹ ਨਹੀਂਗਾ ਕਿ ਅਸਲ 'ਚ ਥੋੜਾ ਬਹੁਤਾ ਵਾ, ਇਹ ਪਰਮਾਨੈਂਟ ਰੈਮੇਡੀ ਆ ਅਸਲ 'ਚ, ਕਿਉਂਕਿ ਇਹ ਦੀਵਾਲੀ ਵਾਲੇ ਦੇ ਦਿਨ ਕੀਤੀ ਰੈਮੇਡੀ, ਦਿਸ ਇਜ਼ ਪਰਮਾਨੈਂਟ। ਇਹਨੂੰ ਕੋਈ ਹਿਲਾ ਨਹੀਂ ਸਕਦਾ ਅਸਲ ਦੇ ਵਿੱਚ। ਕੁਛ ਚੀਜ਼ਾਂ ਨੇ ਜਿਹੜੀਆਂ ਅਸਲ 'ਚ ਆਪਾਂ ਕਹਿੰਦੇ ਆ ਟੈਂਪਰੇਰੀਲੀ ਨੇ ਜਾਂ ਬਾਅਦ 'ਚ ਹੋਣਗੀਆਂ, ਇਹਨਾਂ ਨੂੰ ਨਹੀਂ ਅਸਲ 'ਚ ਕੋਈ ਹਿਲਾ ਸਕਦਾ, ਕਿਉਂਕਿ ਇਹ ਸਾਲ ਭਰ ਹੁਣ ਅਗਲੀ ਦੀਵਾਲੀ ਤੇ ਖੁੱਲਣਗੀਆਂ ਜਾ ਕੇ, ਜਾਂ ਇਹਨੂੰ ਕੋਈ ਹੋਲੀ ਤੇ ਖੋਲੂਗਾ, ਜਾਂ ਇਹਨੂੰ ਸ਼ਿਵਰਾਤਰੀ ਤੇ ਕੋਈ ਖੋਲੂਗਾ ਜਾ ਕੇ। ਸੋ ਮੇਨ ਇਹ ਚੀਜ਼ ਨੇ ਜਿਹੜੀ ਕਰਨ ਵਾਲੀ ਹੁੰਦੀ ਆ। ਇਹ ਸੀਗੇ ਸਤਿੰਦਰ ਜੀ, ਜਿਨ੍ਹਾਂ ਨੇ ਅੱਜ ਸਾਨੂੰ ਦੀਵਾਲੀ ਦੇ ਤੇ ਬਾਕੀ ਹੋਰ ਵੀ ਜਿੰਨੇ ਵੀ ਤਿਉਹਾਰ ਆ ਰਹੇ ਨੇ ਉਹਨਾਂ ਦੇ ਮਹੱਤਵ ਬਾਰੇ ਦੱਸਿਆ। ਬਾਕੀ ਹੋਰ ਵੀ ਜੇ ਤੁਹਾਨੂੰ ਕੋਈ ਇੱਛਾ ਹੈ ਹੋਰ ਜਾਣਕਾਰੀ ਲੈਣ ਦੀ, ਤੁਸੀਂ ਇਹਨਾਂ ਦੇ ਨੰਬਰ ਦੇ ਉੱਤੇ ਜਾਂ ਜ਼ੂਮ ਕਾਲ ਤੇ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨੰਬਰ ਇਹਨਾਂ ਦਾ ਥੱਲੇ ਸਕਰੀਨ ਤੇ ਚੱਲ ਰਿਹਾ ਹੈ। ਸੋ ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਾਂਗੇ, ਤੇ ਅਗਲੀ ਵਾਰ ਇੱਕ ਹੋਰ ਰੋਚਕ ਜਾਣਕਾਰੀ ਲੈ ਕੇ ਤੁਹਾਡੇ ਸਮੁਖ ਆਪਾਂ ਫੇਰ ਹਾਜ਼ਰ ਹੋਵਾਂਗੇ। ਜਦ ਤੱਕ ਇਹ ਲਈ ਧੰਨਵਾਦ। ਥੈਂਕ ਯੂ ਸਰ ਸਤਿੰਦਰ ਜੀ।